ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਘਰ ਦੇ ਅੰਦਰ ਇਹ ਦੀਪਮਾਲਾ ਦਾ ਪੁਰਬ ਕਦੋਂ ਤੋਂ ਮਨਾਇਆ ਜਾਂਦਾ ਹੈ, ਕਿਉਂਕਿ ਸਿੱਖਾਂ ਦੇ ਅੰਦਰ ਕਈ ਵੀਰ ਭੁਲੇਖਾ ਪਾਉਂਦੇ ਹੈ ਕਿ ਇਹ ਦੀਪਮਾਲਾ ਦਾ ਪੁਰਬ ਤਾਂ ਸਾਡਾ ਪੁਰਬ ਹੀ ਨਹੀਂ ਹੈ, ਇਹ ਨਹੀਂ ਮਨਾਉਣਾ ਚਾਹੀਦਾ। ਤੇ ਸਤ ਸੰਗਤ ਜੀ, ਉਹਦੇ ਸੰਬੰਧ ਵਿੱਚ ਮੈਂ ਬੇਨਤੀ ਕਰਾਂਗਾ ਕਿ ਗੁਰੂ ਘਰ ਵਿੱਚ ਇਹ ਪਵਿੱਤਰ ਪੁਰਬ ਕਦੋਂ ਤੋਂ ਮਨਾਇਆ ਜਾਣ ਲੱਗਾ ਅਤੇ ਇਸ ਪੁਰਬ ਦਾ ਇਸ ਭਾਰਤ ਵਰਸ਼ ਦੇ ਅੰਦਰ ਕੀ ਪਿਛੋਕੜ ਹੈ, ਕੀ ਕਾਰਨ ਹੈ ਕਿ ਭਾਰਤ ਵਰਸ਼ ਦੇ ਅੰਦਰ ਇਹ ਪੁਰਬ ਬੜੇ ਉਤਸ਼ਾਹ ਨਾਲ ਆਦਿ ਕਾਲ ਤੋਂ ਮਨਾਇਆ ਜਾਂਦਾ ਹੈ। ਤੀਸਰਾ, ਇਸ ਦਾ ਪੰਥ ਦੇ ਅੰਦਰ ਹੋਰ ਵੀ ਕਾਰਨ ਹੈ। ਇਸ ਪੁਰਬ ਨੂੰ ਮਨਾਉਣ ਵਾਸਤੇ ਹੀ ਭਾਈ ਮਨੀ ਸਿੰਘ ਸਾਹਿਬ ਜੀ ਨੇ ਦਲਾਂ ਪੰਥਾਂ ਨੂੰ, ਖਾਲਸੇ ਨੂੰ ਸੱਦੇ ਪੱਤਰ ਦਿੱਤੇ ਸਨ। ਹਰਿਮੰਦਰ ਸਾਹਿਬ ਦੀਵਾਲੀ ਦਾ ਪੁਰਬ ਪੰਥ ਇਕੱਤਰ ਹੋ ਕਰਕੇ ਮਨਾਉਂਦਾ ਹੈ। ਹਕੂਮਤ ਨੇ ਭਾਈ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਭਾਈ ਸਾਹਿਬ ਦੀ ਸ਼ਹਾਦਤ ਇਸੇ ਹੀ ਸੰਬੰਧ ਵਿੱਚ ਹੋਈ ਸੀ। ਉਹ ਵੀ ਸੰਖੇਪ ਰੂਪ ਵਿੱਚ ਆਪਾਂ ਸਰਵਣ ਕਰਾਂਗੇ। ਸਤ ਸੰਗਤ ਜੀ, ਇਸ ਦੇਸ਼ ਦੀ ਧਰਤੀ ਤੇ ਸਤਿਯੁਗ ਤੋਂ ਕੀ ਹੋਇਆ ਬੀਤਿਆ ਹੈ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਸਾਨੂੰ ਆਪਣੀ ਪਵਿੱਤਰ ਬਾਣੀ ਵਿੱਚ ਮਹਾਰਾਜ ਜੀ ਨੇ ਸਿੱਖਿਆ ਦਿੱਤੀ। ਕਿਉਂਕਿ ਬਹੁਤ ਸਾਰੇ ਗ੍ਰੰਥ ਸੰਸਕ੍ਰਿਤ ਵਿੱਚ ਹਨ, ਜਿਨ੍ਹਾਂ ਗ੍ਰੰਥਾਂ ਦੇ ਅੰਦਰ ਇਸ ਭਾਰਤ ਵਰਸ਼ ਦਾ ਇਤਿਹਾਸ ਲਿਖਿਆ ਹੋਇਆ ਹੈ ਕਿ ਸਤਿਯੁਗ ਦੇ ਵਿੱਚ ਕਿਹੜੇ ਕਿਹੜੇ ਭਗਤ ਹੋਏ, ਕਿਹੜੇ ਕਿਹੜੇ ਅਵਤਾਰ ਹੋਏ, ਇਸ ਧਰਤੀ ਤੇ ਕੀ ਘਟਨਾਵਾਂ ਘਟੀਆਂ, ਫਿਰ ਤ੍ਰੇਤੇ ਦੇ ਵਿੱਚ ਕੌਣ ਅਵਤਾਰ ਸੀ ਤੇ ਇਸ ਧਰਤੀ ਦੇ ਉੱਤੇ ਕੀ ਬਦਲਾਵ ਆਇਆ, ਕਿਹੋ ਜਿਹੀਆਂ ਘਟਨਾਵਾਂ ਹੋਈਆਂ। ਦੁਆਪਰ ਯੁੱਗ ਦਾ ਵੇਰਵਾ, ਉਦੋਂ ਦੇ ਅਵਤਾਰਾਂ ਦੀ ਕਥਾ, ਫਿਰ ਕਲਯੁੱਗ ਦੀ ਵੀ ਮਹਾਰਾਜ ਸਾਹਿਬ ਜੀ ਨੇ ਕਥਾ ਕਹੀ। ਜਿਹੜਾ ਵਿਸ਼ਨੂੰ ਜੀ ਦਾ ਹੋਣ ਵਾਲਾ ਕਲਯੁੱਗ ਵਿੱਚ ਕਲਕੀ ਅਵਤਾਰ, ਉਸ ਦੀ ਬਵਾਵਤ ਮਹਾਰਾਜ ਜੀ ਨੇ ਪਹਿਲਾਂ ਹੀ ਕਥਾ ਕਹਿ ਦਿੱਤੀ, ਸੱਚੇ ਪਾਤਸ਼ਾਹ ਜੀ ਨੇ। ਇਉਂ ਸਾਧ ਸੰਗਤ ਜੀ, ਜੇ ਆਪਾਂ ਨੂੰ ਇਹ ਹੀ ਨਹੀਂ ਪਤਾ ਕਿ ਇਸ ਧਰਤੀ ਤੇ ਕੀ ਹੋਇਆ ਬੀਤਿਆ ਹੈ, ਫਿਰ ਅਸੀਂ ਇਤਿਹਾਸ ਤੋਂ ਸਿੱਖਿਆ ਨਹੀਂ ਲੈ ਸਕਦੇ। ਇਤਿਹਾਸ ਇੱਕ ਇਹੋ ਜਿਹੀ, ਸਾਧ ਸੰਗਤ ਜੀ, ਇੱਕ ਇਹੋ ਜਿਹਾ ਪੈਮਾਨਾ ਹੁੰਦਾ ਹੈ ਜਿਸ ਦੇ ਨਾਲ ਕੌਮਾਂ ਆਪਣਾ ਮੁਲਾਂਕਣ ਕਰਦੀਆਂ ਕਿ ਪਿੱਛੇ ਇੱਥੇ ਕੀ ਹੋ ਬੀਤ ਗਿਆ, ਜਿਸ ਕਰਕੇ ਸਾਨੂੰ ਸਾਡੇ ਜੀਵਨ ਦੇ ਅੰਦਰ ਕੋਈ ਇਹੋ ਜਿਹੀ ਜਿਹੜੀ ਹੈ ਉਹ ਦੁੱਖ ਦਾ, ਘਟਨਾ ਦਾ ਸਾਹਮਣਾ ਨਾ ਕਰਨਾ ਪਵੇ। ਜੇ ਕਰਨਾ ਪਵੇ ਤੇ ਉਸ ਨੂੰ ਕਿਸ ਤਰੀਕੇ ਦੇ ਨਾਲ ਆਪਾਂ ਆਪਣੇ ਜੀਵਨ ਦੇ ਅੰਦਰ ਗੁਰੂ ਸ਼ਬਦ ਦੀ ਓਟ ਲੈ ਕਰਕੇ ਕਿਵੇਂ ਉਸ ਦਾ ਮੁਕਾਬਲਾ ਕਰੀਏ, ਕਿਵੇਂ ਉਸ ਦੁੱਖ ਦੇ ਸਮੇਂ ਚੋਂ ਨਿਕਲ ਜਾਈਏ। ਮਹਾਰਾਜ ਜੀ ਨੇ ਅਵਤਾਰਾਂ ਦੀ ਕਥਾ ਵਿੱਚ ਰਾਮਾ ਅਵਤਾਰ ਸਤਿਗੁਰਾਂ ਜੀ ਨੇ ਕਥਨ ਕੀਤਾ ਹੈ। ਸ਼੍ਰੀ ਰਾਮ ਚੰਦਰ ਜੀ ਦੇ ਅਵਤਾਰ ਦੀ ਕਥਾ ਕਹੀ। ਇਹ ਸਾਧ ਸੰਗਤ ਜੀ ਸੂਰਜਵੰਸ਼ੀ ਤੇ ਚੰਦਰਵੰਸ਼ੀ ਰਾਜੇ ਹੋਏ ਹੈ, ਬੜੇ ਬੜੇ ਪ੍ਰਤਾਪੀ ਰਾਜੇ ਹੋਏ। ਜਿਹੜੀ ਰਘੂਵਰ ਕੁਲ ਹੈ, ਜਿਸ ਕੁਲ ਵਿੱਚ ਸ਼੍ਰੀ ਰਾਮ ਚੰਦਰ ਜੀ ਦਾ ਅਵਤਾਰ ਹੋਇਆ, ਇਹ ਸੂਰਜਵੰਸ਼ੀ ਕੁਲ ਹੈ। ਸਾਧ ਸੰਗਤ ਜੀ, ਰਘੂ ਰਾਜੇ ਦੇ ਨਾਮ ਤੋਂ ਇਸ ਵੰਸ਼ ਦਾ ਨਾਮ ਰਘੂਵਰ ਕੁਲ ਪਿਆ। ਇਸ ਵੰਸ਼ ਦੇ ਅੰਦਰ ਅਜੈ ਰਾਜੇ ਵਰਗੇ ਪ੍ਰਤਾਪੀ ਰਾਜੇ ਹੋਏ। ਫਿਰ ਦਸ਼ਰਥ ਜੀ ਦਾ ਜਨਮ ਹੋਣਾ ਤੇ ਦਸ਼ਰਥ ਦੇ ਹੱਥੋਂ ਸਰਵਣ ਦਾ ਮਾਰਿਆ ਜਾਣਾ। ਫਿਰ ਉਸ ਸਮੇਂ ਇਹ ਹੱਥੋਂ ਪਾਪ ਹੋਇਆ
ਦਸ਼ਰਥ ਜੀ ਦਾ ਮਨ ਇੰਨਾ ਵਿਆਕੁਲ ਹੋਇਆ ਕਿ ਮੈਂ ਆਪਣਾ ਸਰੀਰ ਨਹੀਂ ਹੁਣ ਰੱਖਣਾ। ਉਸ ਸਮੇਂ ਫਿਰ ਆਵਾਜ਼ ਹੋਈ, ਇਹ ਰਾਜਾ ਦਸ਼ਰਥ, ਤੂੰ ਇਹਨਾਂ ਮਨ ਦੇ ਅੰਦਰ ਜਿਹੜਾ ਹੈ ਉਹ ਵੈਰਾਗ ਨਾ ਕਰ ਤੇ ਆਪਣੀ ਦੇਹ ਨਾ ਤਿਆਗ। ਤੇਰੇ ਘਰ 16 ਕਲ੍ਹਾਂ ਸੰਪੂਰਨ ਵਿਸ਼ਨੂੰ ਜੀ ਦਾ ਅਵਤਾਰ ਹੋਵੇਗਾ। ਇਹ ਤੇਰੇ ਪਾਪਾਂ ਦਾ ਸਾਰਾ ਹੀ ਉਦੋਂ ਨਾਸ਼ ਹੋ ਜਾਵੇਗਾ। ਇਹ ਸੁਣ ਕੇ ਦਸ਼ਰਥ ਨੇ ਤੇ ਸਮੇਂ ਆਪਣਾ ਆਤਮਦਾਹ ਕਰਨ ਦਾ ਵਿਚਾਰ ਛੱਡ ਦਿੱਤਾ। ਜਦੋਂ ਇਸ ਭਾਰਤ ਵਰਸ਼ ਦੇ ਗ੍ਰੰਥਾਂ ਦਾ ਇਤਿਹਾਸ ਵੇਖੀਏ, ਗੁਰੂ ਸਾਹਿਬ ਨੇ ਉਹ ਸਾਰਾ ਵਿਸਥਾਰ ਸਾਧ ਸੰਗਤ ਜੀ ਬਹੁਤ ਸੂਖਸ਼ਮ ਭਾਵ ਦੇ ਵਿੱਚ ਕਹਿ ਦਿੱਤਾ। ਜਾਣੋ ਕਿ ਮਹਾਰਾਜ ਜੀ ਨੇ ਸਮੁੰਦਰ ਨੂੰ ਕੁੱਜੇ 'ਚ ਹੀ ਬੰਦ ਕਰ ਦਿੱਤਾ। ਸੱਚੇ ਪਾਤਸ਼ਾਹ ਨੇ ਐਡੀਆਂ ਐਡੀਆਂ ਉਹਨਾਂ ਦੀਆਂ ਕਥਾਵਾਂ ਇੱਕ ਇੱਕ ਪ੍ਰਸੰਗ ਵਿੱਚ ਹੀ ਕਹਿ ਕੇ ਮਹਾਰਾਜ ਜੀ ਨੇ ਨਿਬੇੜੀਆਂ। ਇਹਨਾਂ ਦਾ ਅਵਤਾਰ ਵੀ ਨਾਰਦ ਦੇ ਸ਼ਰਾਪ ਕਰਕੇ ਹੋਇਆ ਸੀਗਾ। ਜਦੋਂ ਨਾਰਦ ਨੇ ਇਸਤਰੀ ਦੇ ਸੰਕਲਪ ਵਿੱਚ ਫਸ ਕਰਕੇ ਜਦੋਂ ਇਸ ਨੂੰ ਹੰਕਾਰ ਹੋ ਗਿਆ ਸੀ ਕਿ ਮੈਂ ਕਾਮ ਜਿੱਤ ਲਿਆ ਹੈ, ਲੰਬੀ ਕਥਾ ਮੈਂ ਸੂਖਸ਼ਮ ਰੂਪ 'ਚ ਹੀ ਕਹਾਂਗਾ ਕਿਉਂਕਿ ਸਮਾਂ ਨਹੀਂ ਇੰਨਾ ਹੈ। ਇਸ ਨੂੰ ਮਾਣ ਹੋਇਆ, ਫਿਰ ਇੱਕ ਇਹੋ ਜਿਹੀ ਇਹਦਾ ਮਾਣ ਤੋੜਨ ਵਾਸਤੇ ਨਗਰੀ ਰਚੀ। ਉਸ ਨਗਰੀ ਦੀ ਇੱਕ ਰਾਜਕੁਮਾਰੀ ਰਚ ਦਿੱਤੀ, ਰਾਜਾ ਰਚ ਦਿੱਤਾ। ਤੇ ਸੋਹਣੀ ਨਗਰੀ ਵੇਖ ਕੇ ਨਾਰਦ ਜਾ ਵੜਿਆ ਤੇ ਕਹਿੰਦਾ ਸੀ ਕਿ ਮੈਂ ਕਾਮ ਜਿੱਤ ਲਿਆ। ਉਸ ਰਾਜਕੁਮਾਰੀ ਦਾ ਚਿਹਰਾ ਵੇਖ ਕੇ ਹੀ ਨਾਰਦ ਦਾ ਮਨ ਚਲਾਇਮਾਨ ਹੋ ਗਿਆ ਸੀ। ਤੇ ਰਾਜੇ ਨੇ ਕਿਹਾ, ਮਹਾਰਾਜ ਮੇਰੀ ਪੁੱਤਰੀ ਦਾ ਹੱਥ ਵੇਖ ਕੇ ਤਾਂ ਦੱਸੋ ਕਿ ਇਹਦਾ ਵਰ ਕਿਹੋ ਜਿਹਾ ਹੋਊਗਾ। ਨਾਰਦ ਨੇ ਜਦੋਂ ਉਹਦਾ ਹੱਥ ਫੜਿਆ, ਇਹਦਾ ਮਨ ਟਿਕਿਆ ਨਾ ਰਿਹਾ। ਜਦੋਂ ਰੁੜ ਗਿਆ ਵਾਸ਼ਨਾ ਦੇ ਅੰਦਰ, ਆਖਣ ਲੱਗਾ ਇਹਦਾ ਵਰ ਤਾਂ ਵਿਸ਼ਨੂੰ ਜੀ ਆਪ ਨੇ। ਤੇ ਇਹ ਸੋਚ ਕੇ ਕਿ ਮੈਂ ਵਿਸ਼ਨੂੰ ਕੋਲੋਂ ਉਹਨਾਂ ਦਾ ਸਰੂਪ ਹੀ ਮੰਗ ਲਵਾਂ, ਵਿਸ਼ਨੂੰ ਜੀ ਨੂੰ ਜਾ ਕੇ ਕਹਿੰਦਾ ਕਿ ਮੈਨੂੰ ਆਪ ਦਾ ਸਰੂਪ ਦੇ ਦਿਓ। ਵਿਸ਼ਨੂੰ ਜੀ ਕਹਿਣ ਲੱਗੇ ਵੀ ਕੀ ਕਰਨਾ? ਕਹਿੰਦਾ ਮੈਨੂੰ ਲੋੜ ਹੈ। ਜਾਣਦੇ ਤੇ ਸੀ ਕਿਉਂਕਿ ਉਹਨਾਂ ਆਪ ਹੀ ਮਾਇਆ ਰਚੀ ਸੀ ਸਾਰੀ। ਤੇ ਸਮੇਂ ਕਿਹਾ, ਇਹ ਸ਼ਬਦ ਆਉਂਦੇ ਆ ਕਿ ਨਾਰਦ ਨੇ ਕਿਹਾ ਮੈਨੂੰ ਹਰ ਦਾ ਰੂਪ ਦਿਓ। ਹਰ ਦੇ ਅਰਥ ਤਾਂ ਬੜੇ ਹੀ ਹੁੰਦੇ ਆ। ਹਰ ਦਾ ਮਤਲਬ ਸੱਪ ਵੀ ਹੁੰਦਾ ਹੈ, ਹਰ ਦਾ ਮਤਲਬ ਸ਼ੇਰ ਵੀ ਹੁੰਦਾ ਹੈ, ਹਰ ਦਾ ਮਤਲਬ ਬਾਂਦਰ ਵੀ ਹੁੰਦਾ ਹੈ। ਵਿਸ਼ਨੂੰ ਜੀ ਨੇ ਬਾਂਦਰ ਦਾ ਮੂੰਹ ਲਾਤਾ ਸੀ। ਤੇ ਉਹ ਸਵੰਬਰ ਜਦੋਂ ਹੋਵੇ, ਨਾਰਦ ਨੂੰ ਭੁਲੇਖਾ ਕਿ ਮੈਂ ਤਾਂ ਵਿਸ਼ਨੂੰ ਦਾ ਰੂਪ ਧਾਰਿਆ ਹੋਇਆ ਹੈ। ਜਦੋਂ ਵਰਮਾਲਾ ਲੈ ਕਰਕੇ ਇਹਦੇ ਲਾਗੋਂ ਦੀ ਲੰਘ ਜੇ, ਇਹਨੂੰ ਲੱਗੇ ਕਿ ਸ਼ਾਇਦ ਭੁਲੇਖਾ ਪੈ ਗਿਆ, ਮੈਨੂੰ ਵੇਖਿਆ ਨਹੀਂ। ਇਹ ਫਿਰ ਅੱਗੇ ਜਾ ਕੇ ਖਲੋ ਜਾਵੇ। ਨਾਰਦ ਸ਼ਿਵ ਜੀ ਦੇ ਗਾਣੇ ਦੇ ਪਿੱਛੇ ਪਿੱਛੇ ਹੱਸਦੇ ਫਿਰਨ, ਇਹਨੂੰ ਮਖੌਲ ਕਰਨ। ਜਦੋਂ ਉਹਨੇ ਵਰਮਾਲਾ ਨਾ ਹੀ ਪਾਈ, ਵਿਸ਼ਨੂੰ ਜੀ ਆਪ ਆ ਗਏ ਉਸ ਸਵੰਬਰ ਵਿੱਚ ਤੇ ਉਸ ਨੂੰ ਵਰ ਲਿਆ। ਮਖੌਲ ਕਰਦੇ ਹੋਏ ਸ਼ਿਵਾਂ ਦੇ ਗਣ ਕਹਿੰਦੇ, ਉਹ ਆਪਣਾ ਮੂੰਹ ਤੇ ਵੇਖ ਪਹਿਲਾਂ ਜਾ ਕੇ। ਜਦੋਂ ਇਹਨੂੰ ਪਾਣੀ ਵਿੱਚ ਆਪਦਾ ਮੂੰਹ ਵੇਖਿਆ, ਬੜਾ ਸ਼ਰਮਿੰਦਾ ਹੋਇਆ। ਫਿਰ ਉਸ ਸਮੇਂ ਕਹਿੰਦੇ ਇਸਨੇ ਸ਼ਰਾਪ ਦਿੱਤਾ ਵੀ ਇੱਕ ਔਰਤ ਕਰਕੇ ਮੈਨੂੰ ਇੰਨੀ ਬੇਇੱਜ਼ਤੀ ਝੱਲਣੀ ਪਈ ਹੈ। ਜਦ ਤੁਸੀਂ ਵੀ ਮਾਤ ਲੋਕ ਵਿੱਚ ਜਨਮ ਲਓਗੇ ਤੇ ਇਸਤਰੀ ਦੇ ਬਦਲੇ ਵਿਯੋਗ ਵਿੱਚ ਤੁਹਾਨੂੰ ਦੁਖੀ ਹੋਣਾ ਪਵੇਗਾ। ਤੇ ਜਿਹੜਾ ਬਾਂਦਰ ਦਾ ਮੈਨੂੰ ਮੂੰਹ ਲਾਇਆ, ਇਹ ਵਾਨਰ ਹੀ ਤੁਹਾਡੀ ਫਿਰ ਸਹਾਇਤਾ ਕਰਨਗੇ। ਇਹ ਵੀ ਵਾਕ ਨਾਰਦ ਦੇ ਕਹੇ ਹੋਏ ਆਉਂਦੇ ਆ। ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਕਿਸੇ ਦੇ ਸ਼ਰਾਪ ਕਰਕੇ ਨਹੀਂ ਹੋਇਆ ਸਾਧ ਸੰਗਤ ਜੀ। ਉਹ ਗਵਾਹੀ ਭਾਈ ਗੁਰਦਾਸ ਸਾਹਿਬ ਨੇ ਦਿੱਤੀ ਹੈ, ਧੁਰ ਕੀ ਬਾਣੀ ਨੇ ਦਿੱਤੀ ਹੈ ਕਿ ਧਰਤੀ ਨੇ ਪੁਕਾਰ ਕੀਤੀ ਸੀ, ਪਾਪਾਂ ਗ੍ਰਸਤ ਹੋਈ ਨੇ ਕਿ ਕਲਮਲ ਹੋਈ ਮੇਦਨੀ, ਅਰਦਾਸ ਕਰੇ ਲਿਵ ਲਾਏ। ਉਹਨੇ ਆਪ ਹੱਥ ਜੋੜ ਕੇ ਅਰਦਾਸ ਕੀਤੀ ਸੀ ਤੇ ਭਾਈ ਗੁਰਦਾਸ ਸਾਹਿਬ ਨੇ ਕਿਹਾ ਉਹ ਧਰਤੀ ਦੀ ਅਰਦਾਸ ਸੁਣੀ। ਜਦੋਂ ਸੁਣੀ ਪੁਕਾਰ ਦਾਤਾਰ ਪ੍ਰਭ, ਗੁਰੂ ਨਾਨਕ ਜਗ ਮਾਹੇ ਪਠਾਇਆ। ਇਹ ਅੰਤਰ ਹੈ ਸਤਿਗੁਰਾਂ ਜੀ ਦੇ ਆਉਣ ਦਾ। ਤੋ ਜਿਸ ਵਕਤ ਇਹ ਨਾਰਦ ਨੇ ਫਿਰ ਸ਼ਰਾਪ ਦਿੱਤਾ ਤੇ
ਸ਼੍ਰੀ ਰਾਮਚੰਦਰ ਰੂਪ ਹੋ ਕਰਕੇ ਦਸ਼ਰਥ ਦੇ ਘਰ ਵਿੱਚ 16 ਕਲਾ ਸੰਪੂਰਨ ਵਿਸ਼ਨੂੰ ਜੀ ਦਾ ਅਵਤਾਰ ਜਿਹੜਾ ਸੀ ਉਹ ਸ਼੍ਰੀ ਰਾਮਚੰਦਰ ਜੀ ਨੇ ਧਾਰਨ ਕੀਤਾ। ਮਹਾਰਾਜ ਜੀ ਨੇ ਇਹਨਾਂ ਦੀ ਬਾਲ ਲੀਲਾ ਸਤਿਗੁਰਾਂ ਲਿਖੀ ਹੈ। ਇਹਨਾਂ ਦੇ ਭਰਾਵਾਂ ਦਾ, ਉਹਨਾਂ ਦਾ ਪੁਰਸ਼ਾਰਥ ਦਾ ਜ਼ਿਕਰ ਕੀਤਾ ਹੈ। ਲਛਮਣ ਜੀ ਦੇ ਗੁਣ ਕਥਨ ਕੀਤੇ ਆ। ਵੇਖ ਲਓ, ਗ੍ਰਸਤ ਵਿੱਚ ਹੁੰਦਿਆਂ ਹੀ ਫਿਰ ਵੀ ਲਛਮਣ ਜੀ ਨੂੰ 6 ਜਤੀਆਂ ਵਿੱਚ ਜਤੀ ਦਾ ਦਰਜਾ ਪ੍ਰਾਪਤ ਹੈ। ਭਰਤ ਜੀ ਦੀ ਕਿਹੋ ਜੀ ਆਪਣੇ ਵੱਡੇ ਭਰਾਤਾ ਜਿਹੜੀ ਸੀ ਉਹਨਾਂ ਦੇ ਸੰਬੰਧ ਵਿੱਚ ਕਿਹੋ ਜੀ ਉਹਨਾਂ ਦੀ ਭਾਵਨਾ ਸੀ, ਕਿਹੋ ਜੀ ਭਾਵ ਭਗਤੀ ਸੀ ਉਹਨਾਂ ਦੇ ਅੰਦਰ ਸ਼੍ਰੀ ਰਾਮਚੰਦਰ ਜੀ ਦੇ ਪ੍ਰਤੀ। ਸਤਿਗੁਰਾਂ ਜੀ ਨੇ ਸਾਰੇ ਹਾਲਾਤ ਜਿਹੜੇ ਆ ਰਾਮਾ ਅਵਤਾਰ ਵਿੱਚ ਕਹੇ। ਫਿਰ ਸਾਧ ਸੰਗਤ ਜੀ, ਇਹ ਜਿਹੜਾ ਬਨਵਾਸ ਹੋਣਾ, ਕੇਕਈ ਨੇ ਜੋ ਭਰਤ ਜੀ ਦੀ ਮਾਤਾ ਸੀਗੀ, ਉਸਨੇ ਯੁੱਧ ਵਿੱਚ ਦਸ਼ਰਥ ਦੀ ਸਹਾਇਤਾ ਕੀਤੀ ਸੀ। ਆਪਾਂ ਸੋਚ ਲੈਂਦੇ ਹਾਂ ਨਾ ਕਿ ਵੀ ਔਰਤ ਤਾਂ ਅਬਲਾ ਹੁੰਦੀ ਹੈ। ਇਹ ਕਥਾਵਾਂ ਸਾਨੂੰ ਦੱਸਦੀਆਂ ਵੀ ਸ਼ਤਰਾਣੀਆਂ ਵੀ ਯੁੱਧ ਕਰਦੀਆਂ ਸੀਗੀਆਂ। ਤੇ ਕੇਕਈ ਨੇ ਜਦੋਂ ਉਹ ਦਸ਼ਰਥ ਜੀ ਦਾ ਰਥਵਾਹੀ ਮਾਰਿਆ ਗਿਆ ਸੀ ਯੁੱਧ ਵਿੱਚ, ਤੇ ਇਹ ਬੜੀ ਤਗੜੀ ਰਥਵਾਹਨ ਸੀ। ਰਥ ਚਲਾਉਣ ਦੀ ਵਿੱਦਿਆ ਇਹਨੂੰ ਬੜੀ ਆਉਂਦੀ ਸੀ। ਇਹਨੇ ਫਿਰ ਯੁੱਧ ਵਿੱਚ ਉੱਥੇ ਰੱਥ ਪਹੁੰਚਾਇਆ ਜਿੱਥੇ ਦਸ਼ਰਥ ਜੀ ਚਾਹੁੰਦੇ ਸੀਗੇ। ਤੇ ਜਦੋਂ ਯੁੱਧ ਫਤਿਹ ਹੋਇਆ, ਖੁਸ਼ ਹੋ ਕੇ ਰਾਜਾ ਦਸ਼ਰਥ ਨੇ ਕਿਹਾ ਕਿ ਅਸੀਂ ਖੁਸ਼ ਬੜੇ ਹਾਂ, ਤੂੰ ਵਰ ਮੰਗ ਲੈ। ਕਹਿਣ ਲੱਗੀ, ਤੁਸੀਂ ਬਚਨ ਦੇ ਦਿਓ, ਪ੍ਰਤੱਗਿਆ ਬੱਧ ਹੋ ਜਾਓ, ਜਦੋਂ ਮੇਰਾ ਜੀ ਕਰੂਗਾ ਉਦੋਂ ਮੰਗ ਲਾਂਗੀ। ਇਹ ਸਾਧ ਸੰਗਤ ਜੀ ਪ੍ਰਤੱਗਿਆ ਬੱਧ ਹੋ ਗਏ ਦਸ਼ਰਥ ਜੀ। ਕਹਿਣ ਲੱਗੇ, ਅੱਛਾ ਜਦੋਂ ਮਰਜ਼ੀ ਮੰਗ ਲਈ। ਜਦੋਂ ਫਿਰ ਵਕਤ ਆਇਆ ਸ਼੍ਰੀ ਰਾਮਚੰਦਰ ਜੀ ਦਾ ਰਾਜਿਆ ਅਭਿਸ਼ੇਕ ਜਦੋਂ ਕੀਤਾ ਜਾਣ ਲੱਗਾ, ਕਿਉਂਕਿ ਵੱਡੇ ਸੀਗੇ, ਰਾਜਾ ਦਸ਼ਰਥ ਬਹੁਤ ਪਿਆਰ ਕਰਦਾ ਸੀ ਸ਼੍ਰੀ ਰਾਮਚੰਦਰ ਜੀ ਨਾਲ। ਉਹਨਾਂ ਦਾ ਪਰਾਕਰਮ ਰਿਸ਼ੀ ਮੁਨੀ ਦੇਸ਼ ਦੇਸ਼ਾਂਤਰ ਸਭ ਜਾਣਦੇ ਸੀਗੇ, ਕਿਉਂਕਿ ਬਚਪਨ ਤੋਂ ਹੀ ਬੜੇ ਪ੍ਰਤਾਪੀ ਵਸ਼ਿਸ਼ਟ ਜੀ ਕੋ ਜਿਨ੍ਹਾਂ ਨੇ ਵਿੱਦਿਆ ਪ੍ਰਾਪਤ ਕੀਤੀ। ਇਸ ਪ੍ਰਕਾਰ ਜਦੋਂ ਕੇਕਈ ਨੂੰ ਪਤਾ ਲੱਗਾ ਤਾਂ ਉਸਨੇ ਉਸ ਸਮੇਂ ਇਹ ਛੜਯੰਤਰ ਫਿਰ ਰਚਿਆ। ਦਾਸੀ ਮਥੁਰਾ ਦੇ ਬਹਿਕਾਵੇ ਵਿੱਚ ਆ ਕਰਕੇ ਤੇ ਸਮੇਂ ਕੇਕਈ ਨੇ ਰਾਜੇ ਦਸ਼ਰਥ ਨੂੰ ਕਿਹਾ ਕਿ ਜਿਹੜਾ ਤੁਸੀਂ ਮੈਨੂੰ ਬਚਨ ਦਿੱਤਾ ਸੀ ਉਹ ਚੇਤੇ? ਕਹਿਣ ਲੱਗਾ, ਹਾਂ ਚੇਤੇ ਹੈ। ਕਹਿਣ ਲੱਗੀ ਕਿ ਮੇਰੇ 2 ਫਿਰ ਜਿਹੜੇ ਵਰ ਤੁਸਾਂ ਕਹੇ ਉਹ ਦਿਓ। ਕਹਿੰਦੇ ਮੰਗ ਲੈ। ਕਹਿਣ ਲੱਗੀ, ਪਹਿਲਾ ਵਰ ਤਾਂ ਇਹ ਦਿਓ ਕਿ ਸ਼੍ਰੀ ਰਾਮਚੰਦਰ ਜੀ ਨੂੰ 14 ਸਾਲ ਦਾ ਬਨਵਾਸ ਦਿਓ, ਤੇ ਦੂਸਰਾ ਬਚਨ ਇਹ ਦਿਓ ਕਿ ਮੇਰੇ ਪੁੱਤਰ ਭਰਤ ਨੂੰ ਇਹ ਅਯੁੱਧਿਆ ਦਾ ਰਾਜ ਦਿਓ। ਦਸ਼ਰਥ ਦੇ ਇਹ ਗੱਲ ਸੁਣ ਕੇ ਜਾਣੋ ਛਾਤੀ 'ਚ ਤੀਰ ਵੱਜਿਆ ਹੋਵੇ, ਕਿਉਂਕਿ ਦਸ਼ਰਥ ਜੀ ਸ਼੍ਰੀ ਰਾਮਚੰਦਰ ਜੀ ਨੂੰ ਬਹੁਤ ਪਿਆਰ ਕਰਦੇ ਸੀ। ਤੇ ਜਦੋਂ ਕੇਕਈ ਨੂੰ ਕਈ ਪ੍ਰਕਾਰ ਸਮਝਾਉਣ ਦਾ ਯਤਨ ਕੀਤਾ, ਪਰ ਉਸਨੇ ਉਹ ਤ੍ਰਿਆ ਹੱਠ ਵੀ ਮਹਾਰਾਜ ਜੀ ਨੇ ਫਿਰ ਲਿਖਿਆ ਵੀ ਤ੍ਰਿਆ ਹੱਠ ਜਿਹੜਾ ਹੁੰਦਾ ਨਾ, ਉਹਦੇ ਅੱਗੇ ਫਿਰ ਵੱਡੇ ਵੱਡੇ ਡੋਲ ਜਾਂਦੇ ਆ, ਕੋਈ ਸਥਿਰ ਨਹੀਂ ਰਹਿ ਸਕਦਾ। ਤੇ ਨਾਲੇ ਸਤਿਗੁਰਾਂ ਜੀ ਨੇ ਇਹ ਵੀ ਸਿੱਖਿਆ ਦਿੱਤੀ ਬਈ ਜੇ ਪ੍ਰਤੱਗਿਆ ਬੱਧ ਹੋਣਾ ਤੇ ਪਹਿਲੋਂ ਥਾਂ ਵੇਖਣਾ ਚਾਹੀਦਾ ਕਿ ਪ੍ਰਤੱਗਿਆ ਕਿੱਥੇ ਕਰਨੀ ਚਾਹੀਦੀ, ਕਿੱਥੇ ਨਹੀਂ ਕਰਨੀ ਚਾਹੀਦੀ। ਜੇ ਤੁਸੀਂ ਬਚਨਬੱਧ ਹੋ ਜਾਂਦੇ ਆ, ਜਾਣੋ ਆਪਣੀ ਮੌਤ ਦਾ ਕਾਰਨ ਆਪ ਹੀ ਬਣ ਜਾਂਦੇ। ਜੇ ਮਹਾਭਾਰਤ ਦਾ ਇਤਿਹਾਸ ਵੀ ਵੇਖੀਏ ਤੇ ਉਹ ਭੀਸ਼ਮ ਏਡਾ ਸਾਧ ਸੰਗਤ ਜੀ ਜਤੀ ਸੀ, ਗੁਣਾ ਕਰਕੇ ਭਰਪੂਰ ਸੀ ਤੇ ਪਰਮੇਸ਼ਰ ਦੀ ਬੰਦਗੀ ਵਾਲਾ ਸੀ, ਪਰ ਉਸਨੇ ਪ੍ਰਤੱਗਿਆ ਗਲਤ ਥਾਂ ਤੇ ਕਰ ਲਈ। ਰਾਜ ਸਿੰਘਾਸਨ ਦਾ ਵਫਾਦਾਰ ਰਹਿਣ ਦੀ ਪ੍ਰਤੱਗਿਆ ਕਰ ਲਈ ਤੇ ਆਪਣੀ ਹੀ ਸਾਰੀ ਉਮਰ ਵਿੱਚ ਆਪਣੇ ਆਪ ਨੂੰ ਕੋਸਦਾ ਹੋਇਆ ਉਹ ਚੜ੍ਹਾਈ ਕੀਤਾ, ਕਿਉਂਕਿ ਆਪਣੀ ਪੁੱਤਰ ਵਧੂ ਦ੍ਰੋਪਦੀ ਦਾ ਵਸਤਰ ਹਰਨ ਉਹਨੇ ਆਪਣੀਆਂ ਅੱਖਾਂ ਨਾਲ ਸਾਹਮਣੇ ਵੇਖਦਾ ਰਿਹਾ ਸੀ ਜਦੋਂ ਦੁਰਸ਼ਾਸਨ ਲਾਉਂਦਾ ਸੀ ਵਸਤਰ। ਐਡਾ ਪਰਾਕਰਮੀ, ਐਡਾ ਯੋਧਾ, ਜਿਹਦੇ ਅਸਤਰ ਸ਼ਸਤਰ ਇੱਕ ਅਬਲਾ ਦੀ ਰੱਖਿਆ ਕਰਨ ਨੂੰ ਕੰਮ ਨਾ ਆ ਸਕੇ, ਤੇ ਐਸੀ ਪ੍ਰਤੱਗਿਆ ਨਾਲ ਕੀ ਕਰਾਉਣਾ ਸੀ। ਮਹਾਰਾਜ ਜੀ ਨੇ ਆਪ ਦੇ ਖਾਲਸੇ ਨੂੰ ਕਿਹਾ, ਜੇ ਕਿਸੇ ਔਰਤ ਦੇ ਉੱਤੇ, ਕੋਈ ਬੱਚੇ ਉੱਤੇ ਕੋਈ ਵਾਅਦਾ ਕਰਦਾ ਹੈ
महाराज जी ने कहा अबला दी पत बचाउण वास्ते शीश भी लग जावे तां गरेज नहीं करना, निमाणे ते नताणे दी रखिया करनी। इहो जिहियां थावां ते वचनबद्ध होए कि अपने ही जीवन दे अंदर इन्हां नूं नमोशी दा सामना करना पिया, जिल्लत दा सामना करना पिया, टुटदे होए असूलां नूं अपणियां अखां नाल वेखिया। जदों असीं वचनबद्ध होना ना, फिर इस संसार दे अंदर किसी होर अगे वचनबद्ध नहीं होईदा, असीं सतगुरां जी दे अगे वचनबद्ध होईदा। जदों पंज प्यारे सिंह साहिबान सानू वचनबद्ध करदे आ ना भी अमृत दी दात लैण आए हो, हाँ जी अमृत छकना है, असा शीश गुरु साहब नूं भेंट करना पवेगा। ते असीं फिर वचनबद्ध हुन्ने आ, हाँ असीं शीश गुरु साहब नूं भेंट करांगे। ते वो फिर पंज सिंह साहिबान उदों कहिंदे है कि हुण तां सिर नहीं कट्टिया जाना, गुरुदेव ने सिर कट के अपनी आत्मक शक्ति नाल जोड़ के अमृत दी दात बख्शिश कीती सी, पर सिर दिता ते बचन कीता एक बराबर ही हुंदा है। क्योंकि ये सानू दशरथ राजे दे जीवन विचों ये सिक्ख्या मिलदी है। वो कहंदे आ ना रघु कुल रीत चली इह आई, रघुकल दी वंश दी ये रीत चली आई है, शीश दिया पर बचन ना जाई। सिर दे दिंदे सी पर बचन नहीं सी फेरदे। सानू बचन कराया जांदा है भी अज तो शीश पंथ दा समझना। जदों पंथ दे उत्ते भीड़ पवे, कौम दे उत्ते कोई इहो जिहा नाजुक समा बन जावे, पंथ दियां उच्चियां रवायतां दी रखिया करन वास्ते फिर अपने आप नूं लुका के नहीं रखना, सिर पंथ दे अगे भेंट कर देना, धर्म युद्ध विच अपना आपा कुर्बान कर देना। इस प्रतिज्ञा विच बज के इस दे ये वचनबद्ध हो के असीं अमृत दी दात प्राप्त करदे हां। वेख लो भावें पुत्र नाल मोह करदे सी दशरथ राजा जी, ते पर वचन दे चुके सी। ये बचन ही दशरथ राजा जी की मौत का कारण बनिया सी। जिस वक्त फिर दशरथ राजा जी ने ये प्रतिज्ञाबद्ध हो करके श्री रामचंद्र जी नूं मूहों तो ना कहा, पर श्री रामचंद्र जी आग्याकारी पुत्र सी, पता लग गया। तो फिर कहा पिता जी तुहाडे बचन नूं पूरियां करन वास्ते मैं राज भाग दे सुख छड्ड के बनवास नूं जावांगा। जे तुहाडा बचन नहीं पूरा करदा ते वो पुत्र की है। पिता दी प्रतिज्ञा नूं पूरियां करन वास्ते सब कुछ छड्ड दिता। जदों तुरे है ते हनुमान नाटक विच जिक्र आउंदा है, रोवत रघुपत सी समेत मानो मोतन माल टुटी है। पिता दे घर दे माता दे सब दे प्यार विच श्री रामचंद्र जी, श्री लक्ष्मण जी, सीता जी सब विराग करदे सी। जानो अखां दे विचों हिंजां ऐ डिगदियां सी जिवें मोतियां दीयां माला दे विचों मोती गिरदे है। जदों चिर श्री रामचंद्र जी नूं जांदियां होयां दशरथ जी उच्चे थां ते चढ़ के वेंदे रहे, रथ दी धूड़ उड़दी दिसदी रही। जदों रथ दिसणों हट गया सी ते महिलां तो डिग के वियोग विच दशरथ जी ने अपने प्राण त्याग दिते सीगे। श्री रामचंद्र जी का बनवास दे अंदर विचरना, वो साध संगत जी सारा कुछ जिमें पहला तय हुंदा है, जिमें महर्षि वाल्मीकि ने सारी रामायण कह दिती सी। राक्षसां दा उद्धार करना, बड़ा ज्यादा जंगल दे अंदर ऋखियां मुनियां दे कोलों आत्मक विचार प्राप्त करनी, अगस्त मुनि जी कोलों दैवी शक्तियां प्राप्त करनियां, ते युद्ध का कारण फिर रावण ने सीता जी का हरण करना, ते फिर सीता नूं लभण वास्ते श्री रामचंद्र जी ने किशकिंधा दे राजे सुग्रीव दे नाल मित्रता करनी, बाली वध करना, ते बाली दे पुत्र अंगद ने आपदा अनुयायी बनना, ते फिर वो सारी ही वानरां दी सेना लै करके लंका दे उत्ते आक्रमण करना, चढ़ाई करके जाना, ते फिर बहुत भारी युद्ध करके लंका नूं फतेह करना। रावण बड़ा प्रतापी सी, जाति दा ते ब्राह्मण सीगा, ते पर इहदे कर्म राक्षसां वाले सी, इस करके
ਇਹਨੂੰ ਰਾਖਸ਼ ਜਾਤੀ ਵੀ ਕਿਹਾ ਜਾਂਦਾ ਹੈ। ਤੇ ਰਾਵਣ ਦਾ ਜਦੋਂ ਵੱਧ ਕੀਤਾ, ਭਵੀਖਣ ਜੀ ਨੂੰ ਤੇ ਸਮੇਂ ਰਾਜ ਦਿੱਤਾ। ਲੰਕਾ ਦੀ ਕੋਈ ਵੀ ਭਾਵੇਂ ਸੋਨੇ ਦੀ ਸੀਗੀ ਲੰਕਾ, ਤੇ ਇਹ ਸ਼੍ਰੀ ਰਾਮਚੰਦਰ ਜੀ ਦੇ ਜੀਵਨ ਦਾ ਤਿਆਗ ਕਿ ਇੱਕ ਵੀ ਚੀਜ਼ ਜਿੱਤੀ ਹੋਈ ਲੰਕਾ ਵਿੱਚੋਂ ਆਪਣੀ ਅਯੁੱਧਿਆ ਨਹੀਂ ਸੀ ਲੈ ਕੇ ਆਏ। ਤੇ ਭਵੀਸ਼ਣ ਨੂੰ ਰਾਜ ਦੇ ਦਿੱਤਾ ਸੀਗਾ। ਉਸ ਸਮੇਂ ਕਹਿੰਦੇ ਆ ਮਦੋਦਰੀ ਨੇ ਅੰਤਮ ਕਿਰਿਆ ਕਰਨ ਵਾਸਤੇ ਕਿਹਾ ਕਿ ਮੈਨੂੰ ਜਿਹੜਾ ਹੈ 4 ਰੱਤੀਆਂ ਸੋਨਾ ਤਾਂ ਦਿਓ, ਕਿਉਂਕਿ ਮੂੰਹ 'ਚ ਪਾਉਂਦੇ ਆ ਨਾ ਮਰਨ ਲੱਗਿਆਂ ਜਦੋਂ ਸੰਸਕਾਰ ਕਰਨਾ ਹੁੰਦਾ ਹੈ। ਉਸ ਸਮੇਂ ਸ਼੍ਰੀ ਰਾਮਚੰਦਰ ਜੀ ਨੇ ਕਿਹਾ ਕਿ ਅਸੀਂ ਤਾਂ ਰਾਜ ਅਭਿਸ਼ੇਕ ਜਿਹੜਾ ਹੈ ਉਹ ਭਵੀਖਣ ਦਾ ਕਰ ਚੁੱਕੇ ਹਾਂ, ਰਾਜ ਤਿਲਕ, ਤੇ ਅਸੀਂ ਤਾਂ ਜਿਹੜਾ ਹੈ ਉਹ ਇਸ ਲੰਕਾ ਦੇ ਵਿੱਚੋਂ ਕੁਝ ਵੀ ਗ੍ਰਹਿਣ ਨਹੀਂ ਕੀਤਾ। ਜੇ ਸੋਨਾ ਲੈਣਾ ਤੇ ਭਵੀਖਣ ਕੋਲੋਂ ਲੈਣਾ ਪਵੇਗਾ। ਤੇ ਸਮੇਂ ਸ਼ਰੀਕ ਜਾਣ ਕੇ ਮਦੋਦਰੀ ਨੇ ਭਵੀਖਣ ਕੋਲੋਂ ਸੋਨਾ ਨਾ ਮੰਗਿਆ। ਤੇ ਉਹ ਵੀ ਮਹਾਰਾਜ ਜੀ ਨੇ ਕਿਹਾ ਵੀ ਵੇਖੋ, ਜਿਹਦੀ ਲੰਕਾ ਹੀ ਸੋਨੇ ਦੀ ਸੀ, ਏਡਾ ਕਿਲਾ ਸੋਨੇ ਦਾ ਹੀ ਸਿਰਜਿਆ ਸੀ, ਮਰਨ ਲੱਗੇ ਨੂੰ 4 ਰੱਤੀਆਂ ਸੋਨਾ ਮੂੰਹ 'ਚ ਵੀ ਪਾਉਣਾ ਨਸੀਬ ਨਾ ਸੀ ਹੋਇਆ। ਇਸ ਪ੍ਰਕਾਰ ਜਦੋਂ ਸ਼੍ਰੀ ਰਾਮਚੰਦਰ ਜੀ ਨੇ ਲੰਕਾ ਤੇ ਫਤਿਹ ਪਾਈ ਤੇ ਪਰਿਵਾਰ ਸਮੇਤ ਇਧਰੋਂ ਭਰਤ ਜੀ ਨੇ ਪ੍ਰਤੱਗਿਆ ਕੀਤੀ ਹੋਈ ਸੀ ਬਨੋਵਾਸ ਦਾ, ਉਹ ਆਖਰੀ ਦਿਨ ਪੂਰਾ ਹੋਣਾ ਸੀਗਾ। ਤੇ ਸਾਧ ਸੰਗਤ ਜੀ, ਭਰਤ ਜੀ ਨੇ ਪ੍ਰਤੱਗਿਆ ਕਰਕੇ ਸ਼੍ਰੀ ਰਾਮਚੰਦਰ ਜੀ ਦੇ ਚਰਨਾਂ ਵਿੱਚ ਇਹ ਸੰਕਲਪ ਲਿਆ ਸੀ ਕਿ ਜੇ ਬਨੋਵਾਸ ਦੇ 14 ਸਾਲ ਤੋਂ ਇੱਕ ਦਿਨ ਵੀ ਤੁਸਾਂ ਵੱਧ ਲਾਇਆ ਤੇ ਮੈਂ ਆਪਣੇ ਪ੍ਰਾਣ ਤਿਆਗ ਦਿਆਂਗਾ। ਵੇਖੋ ਇੰਨਾ ਪਿਆਰ ਸੀਗਾ, ਰਾਜ ਭਾਗ ਦਾ ਕੋਈ ਮੋਹ ਨਹੀਂ ਸੀ ਭਰਤ ਜੀ ਦੇ ਮਨ ਦੇ ਅੰਦਰ। ਇੰਨੇ ਵੱਡੇ ਤਿਆਗ ਨਾਲ ਸ਼੍ਰੀ ਰਾਮਚੰਦਰ ਜੀ ਦੀਆਂ ਖੜਾਵਾਂ ਹੀ ਰਾਜ ਤਖਤ ਤੇ ਰੱਖ ਕੇ ਭਰਤ ਜੀ ਨੇ ਰਾਜ ਪ੍ਰਬੰਧ ਚਲਾਇਆ ਸੀਗਾ। ਮਹਾਰਾਜ ਜੀ ਨੇ ਉਹਨਾਂ ਦੇ ਤਿਆਗ ਦੀ, ਉਹਨਾਂ ਦੇ ਪੁਰਸ਼ਾਰਥ ਦੀ ਕਥਾ ਸਤਿਗੁਰਾਂ ਜੀ ਨੇ ਸਾਰੀ ਰਾਮਾ ਅਵਤਾਰ ਦੇ ਅੰਦਰ ਕਹੀ ਹੈ। ਉਸ ਸਮੇਂ ਫਿਰ ਰਾਵਣ ਦਾ ਉਹ ਜਿਹੜਾ ਸੀਗਾ ਵਿਮਾਨ ਜਿਹਦੇ ਉੱਤੇ ਸੀਤਾ ਜੀ ਨੂੰ ਹਰ ਕੇ ਲਿਆਇਆ ਸੀਗਾ, ਉਸੇ ਵਿਮਾਨ ਤੇ ਚੜ੍ਹ ਕੇ ਸਮੇਂ ਸਿਰ ਸ਼੍ਰੀ ਰਾਮਚੰਦਰ ਜੀ ਸੀਤਾ ਸਮੇਤ, ਲਛਮਣ ਸਮੇਤ ਜਦੋਂ ਅਯੁੱਧਿਆ ਆਏ ਸੀਗੇ ਤੇ ਅਯੁੱਧਿਆ ਵਾਸੀਆਂ ਨੇ ਸ਼੍ਰੀ ਰਾਮਚੰਦਰ ਜੀ ਦੇ ਆਉਣ ਤੇ ਸਾਧ ਸੰਗਤ ਜੀ ਦੀਪਮਾਲਾ ਕੀਤੀ ਸੀਗੀ। ਇਹ ਭਾਰਤ ਵਰਸ਼ ਦਾ ਸਨਾਤਨੀ ਇਤਿਹਾਸ ਹੈ ਜੋ ਦੀਪਮਾਲਾ ਨਾਲ ਜੁੜਿਆ ਹੋਇਆ ਹੈ। ਉਸ ਸਮੇਂ ਵੇਖੋ ਐਡਾ ਫਰਾਕ ਦਿਲ ਰੱਖ ਕਰਕੇ ਸ਼੍ਰੀ ਰਾਮਚੰਦਰ ਜੀ ਨੇ ਕੇਕਈ ਮਾਤਾ ਨੂੰ ਮਾਫ ਕਰ ਦਿੱਤਾ ਤੇ ਫਿਰ ਮਥੁਰਾ ਦਾਸੀ ਨੂੰ ਮਾਫ ਕਰ ਦਿੱਤਾ। ਕੋਈ ਕਿਸੇ ਪ੍ਰਕਾਰ ਦਾ ਮਨ ਵਿੱਚ ਦਵੈਸ਼ ਨਹੀਂ ਰੱਖਿਆ, ਕਿਉਂਕਿ ਜਾਣਿਆ ਕਿ ਸਾਰੀ ਨਿਰੰਕਾਰ ਦੀ ਰਜਾ ਸੀ। ਵਾਹਿਗੁਰੂ ਦੇ ਹੁਕਮ ਵਿੱਚ ਸਾਨੂੰ ਇਹ ਬਨਵਾਸ ਹੋਇਆ ਤੇ ਭਗਵਾਨ ਦੀ, ਈਸ਼ਵਰ ਦੀ ਇੱਛਾ ਕਰਕੇ ਹੀ ਅਸੀਂ ਇਹ ਸਾਰੇ ਕਾਰਜ ਕਰਕੇ ਤੇ ਵਾਪਸ ਪਰਤੇ ਹਾਂ। ਸਾਧ ਸੰਗਤ ਜੀ, ਗੁਰੂ ਘਰ ਦੇ ਅੰਦਰ ਇਹ ਪਵਿੱਤਰ ਪੁਰਬ ਬਾਬਾ ਬੁੱਢਾ ਸਾਹਿਬ ਜੀ ਨੇ ਮਨਾਉਣਾ ਪ੍ਰਾਰੰਭ ਕੀਤਾ ਸੀਗਾ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜਦੋਂ ਹਜੂਰ ਗਵਾਲੀਅਰ ਕੈਦ ਕਰ ਦਿੱਤੇ ਸੀ ਬਾਦਸ਼ਾਹ ਜਹਾਂਗੀਰ ਨੇ, ਸੱਚੇ ਪਾਤਸ਼ਾਹ ਜਦੋਂ ਗੁਰਿਆਈ ਤਖਤ ਤੇ ਸੁਭਾਇਮਾਨ ਹੋਏ ਸੀ, ਮਹਾਰਾਜ ਨੇ ਤਖਤ ਤੇ ਬੈਠਿਆਂ ਹੀ ਪ੍ਰਤੱਗਿਆ ਕੀਤੀ ਸੀ ਕਿ ਜਿਸ ਪਾਪੀ ਚੰਦੂ ਨੇ ਸਾਡੇ ਪਿਤਾ ਜੀ ਨੂੰ ਸ਼ਹੀਦ ਕੀਤਾ ਹੈ, ਯਾਸਾਂ ਦੀਆਂ ਸਜ਼ਾਵਾਂ ਦਿੱਤੀਆਂ, ਉਸ ਪਾਪੀ ਚੰਦੂ ਦੀ ਨੱਕ ਵਿੱਚ ਨਕੇਲ ਪਾਵਾਂਗੇ, ਮੌਤ ਦੇ ਘਾਟ ਉਤਾਰ ਦਿਆਂਗੇ ਉਸ ਪਾਪੀ ਨੂੰ। ਸਤਿਗੁਰੂ ਜੀ ਦੀ 11 ਸਾਲ ਦੀ ਆਜੂ ਸੀ ਜਦੋਂ ਮਹਾਰਾਜ ਸਾਹਿਬ ਨੇ ਵਾਕ ਕਹੇ ਸੀ। ਸਤਿਗੁਰੂ ਜੀ ਨੇ ਹੁਕਮ ਕਰ ਦਿੱਤਾ, ਸਾਡੇ ਜਿਹੜਾ ਵੀ ਦਰਸ਼ਨ ਕਰਨ ਆਵੇ ਸੋਹਣੇ ਘੋੜੇ ਸ਼ਸਤਰ ਲੈ ਕੇ ਆਵੇ। ਫੌਜ ਤਿਆਰ ਹੋਣ ਲੱਗ ਪਈ। ਨੱਥਾ ਤੇ ਅਬਦੁੱਲਾ ਢਾਡੀ ਵਾਰਾਂ ਗਾਉਣ ਲੱਗੇ। ਇਹੋ ਜਿਹਾ ਮਹਾਰਾਜ ਜੀ ਦਾ ਦਰਬਾਰ ਸਜਣ ਲੱਗਾ। ਰਾਜਿਆਂ ਮਹਾਰਾਜਿਆਂ ਦੀ ਸੋਭਾ ਫਿੱਕੀ ਪਾਤੀ ਸੱਚੇ ਪਾਤਸ਼ਾਹ ਨੇ। ਸ਼੍ਰੀ ਅਕਾਲ ਤਖਤ ਸਾਹਿਬ ਦੀ ਸੱਚੇ ਪਾਤਸ਼ਾਹ ਨੇ ਸਿਰਜਣਾ ਕੀਤੀ। ਮਹਾਰਾਜ ਜੀ ਦੇ ਤਖਤ ਬਣਾਉਣ ਦੀ, ਇਹ ਫੌਜਾਂ ਰੱਖਣ ਦੀਆਂ ਖਬਰਾਂ ਚੰਦੂ ਨੂੰ ਸੁਣਦੀਆਂ ਮਨ ਵਿੱਚ ਭੈ ਭੀਤ ਹੁੰਦਾ, ਕਿਉਂਕਿ ਇਹ ਜਾਣਦਾ ਸੀ ਕਿ ਮੈਂ ਸਤਿਗੁਰਾਂ ਦੇ ਪਿਤਾ ਨੂੰ ਬੜੀ ਬੇਰਹਿਮੀ ਨਾਲ ਸ਼ਹੀਦ ਕੀਤਾ ਹੈ। ਜੇ ਗੁਰੂ ਹਰਗੋਬਿੰਦ ਸਾਹਿਬ ਜੀ ਤਾਕਤ ਪਕੜ ਗਏ ਤੇ ਮੇਰੀ ਮੌਤ ਨਿਸ਼ਚਿਤ ਹੈ।
इस करके गुरुदेव के खिलाफ जहांगीर दे बहुत कंन भरदा। जहांगीर बादशाह नूं बहुत तरीकों के नाल उसने सिखाउणा पढ़ाउणा शुरू किया कि गुरु साहब बगावत कर देणगे, बड़ियां फौजां रख रहे आ, तख्त बना लिया है, वो राज प्रबंध नूं नहीं मनदे, चोरियां कराउंदे आ, डाके मारदे आ, बहुत सारियां इहो जिहियां गल्लां। फिर कोई भी मंत्री मंडल विचों चंगी सलाह ना जहांगीर नूं देवे। इस पापी चंदू ने सारे वजीर खरीद ले। एक केवल वजीर खां सीगा जिहड़ा गुरुदेव दा श्रद्धालु सी, भावें मुसलमान सी, फिर भी सच्चे पातशाह जी की सिक्खी मन बाणी शरीर करके कमाउंदा सी, क्योंकि इस दे जलोधर दा रोग श्री सुखमनी साहब की बाणी नाल राजी होया सी। इहनूं सिक्खी गुरु अर्जन साहब जी महाराज तो प्राप्त हुई सी। जहांगीर ने जदों बहक जाना, अपने वजीरां दे आखे लग के इसकी सलाह पुछनी, तो वजीर खां ने आखना, बादशाह ये गुरु नानक साहब का घर है, जिन्हें भी इस घर वाल मैली निगाह नाल वेखिया ना, उहदा सर्वनाश हो गया। ये हथ उठाउण वाला घर नहीं, हथ जोड़न वाला थां है। अपना इतिहास कढ़ के वेख लो, बाबर ने हथ जोड़ के गुरु नानक साहब तो राज भिखिया मंग के लिया सी सच्चे पातशाह जी तो। इउं जहांगीर ने फिर वजीर खां दे कहे टल जाना। आखिर इहदे मंत्रियों ने बहुत ज़्यादा जो दबाव पाया चंदू के कहण ते, फिर कहा कि एक बार गुरु साहब नूं दिल्ली तो बुलाओ। फिर वजीर खां नूं ही सद्दिया जहांगीर ने, कहा बई तू ही जा ते गुरु साहब नूं साडे वल्लों बेनती करी। वजीर खान चल करके अमृतसर साहब आया। गुरु हरगोबिंद साहब जी महाराज जिथे अज चबूतरे ते साध संगत जी गुरुदेव दे कमर कस्से दे शस्त्र सुभाईमान हुंदे है ना, इस चबूतरे ते सतगुरु जी बीर आसन ला के बैठिया करते सी। गरीब नवाज सच्चे पातशाह जी का ऐसा सुंदर सजिया होया दरबार, श्री अकाल तख्त साहब की इहो जी शोभा, जदों बेशुमार संगतां सतगुरां दी ताबिया बैठियां ने ते बहुत त्यार पर त्यार शस्त्रां नाल सिख सूरमे सतगुरां जी दी ताबिया खड़े है। वजीर खां ने आके मत्था टेकिया। गुरुदेव दे इस दरबार की शोभा वेख करके वजीर खां मन में सोच रहा है कि उस शाही किले दे अंदर बनिया होया ये जहांगीर दा तख्त बड़ी भावें जिसनों शहनशाह आलम कहिंदे है, पर गुरु साहब नूं तख्त ते बैठिया वेखिया, गुरुदेव दा नूरानी चेहरा जदों वेखिया, वजीर खां मन में सोच रहा सी कि शहनशाह आलम ये जिहड़ा है जहांगीर नहीं है, शहनशाह आलम तां गुरु हरगोबिंद साहब सच्चे पातशाह जी हैं। क्योंकि गुरुदेव दे दरबार की जिहो जी शोभा है, उहो जी हिंदुस्तान दे बादशाह दे दरबार की भी शोभा नहीं। महाराज सच्चे पातशाह जी दे अगे वो परवाना जो बेनती रूप विच वजीर खां लैके आया, भेंट किया। गुरुदेव ने पूछया, वजीर खां की सुनेहा ले आए हैं? सतगुरु आप जी नूं सनिमर बेनती की है बादशाह ने कि आप जे परवान करो तो महाराज दिल्ली दर्शन बख्शो। हजूर ने वजीर खान दे रहन दा प्रबंध करवाया। महाराज जी कहंदे असीं अपने सिखा नाल सलाह करके दसांगे। महाराज जी ने बचन कहा। दरबार सतगुरां जी उठण दे नाल ही सारा दरबार समाप्त होया। हजूर ने 94 सिखा नूं अपने महलों में ही बुलाया, जिथे गुरुद्वारा गुरु के महल अज सुभाईमान है। महाराज जी ने 94 सिखा नूं बुलाया, जिस सभा दे अंदर माता गंगा जी भी बैठे। महाराज जी ने सारे सिखा नूं कहा, श्री माता गंगा जी नूं कहा कि सानू बादशाह जहांगीर ने दिल्ली बुलाया है, उहदा परवाना आया बेनती रूप विच। सतगुरु अंतरजामी सब कुछ जानते हैं, पर महाराज जी दे चौज ने। सतगुरु जी कहते भाई सिखो गुरमता करो। माता जी तुसीं भी सलाह दिओ, दसो सानू दिल्ली जाना चाहिए कि नहीं जाना चाहिए। सब तो पहलों श्री माता गंगा जी बोले, कहा कि साडी तां यही आप नूं बेनती है कि तुसीं कदाचित भी दिल्ली ना जाओ, क्योंकि तुहाडे पिता जी लाहौर गए सी, फिर शरीर करके वापस नहीं आए।
ਮੁਗਲਿਆ ਹਕੂਮਤ ਦੀ ਨੀਅਤ ਠੀਕ ਨਹੀਂ। ਇਸ ਕਰਕੇ ਸਾਡੀ ਬੇਨਤੀ ਹੈ ਕਿ ਆਪ ਦਿੱਲੀ ਨਾ ਜਾਓ। ਸ਼੍ਰੀ ਮਾਤਾ ਗੰਗਾ ਜੀ ਨੇ ਜਦੋਂ ਇਹ ਬੋਲ ਕਹੇ, ਇੱਕ ਇੱਕ ਸਿੱਖ ਨੇ ਫਿਰ ਆਪਣੀ ਰਾਏ ਦਿੱਤੀ। ਸਭ ਨੇ ਹੀ ਇਹੀ ਕਿਹਾ, ਮਹਾਰਾਜ ਆਪ ਜੀ ਨੂੰ ਦਿੱਲੀ ਨਹੀਂ ਜਾਣਾ ਚਾਹੀਦਾ। ਜਦੋਂ ਸਾਰਿਆਂ ਨੇ ਆਪਣੀ ਰਾਹ ਦੇ ਦਿੱਤੀ, ਮਾਤਾ ਗੰਗਾ ਜੀ ਨੇ ਕਿਹਾ ਕਿ ਮਹਾਰਾਜ ਆਪ ਦਿੱਲੀ ਨਾ ਜਾਓ। ਫਿਰ ਬਾਬਾ ਬੁੱਢਾ ਸਾਹਿਬ ਜੀ ਚੁੱਪ ਸੀ, ਨਹੀਂ ਕੁਛ ਵੀ ਬੋਲੇ। ਗੁਰੂਦੇਵ ਨੇ ਬੜੀ ਪ੍ਰੇਮ ਭਾਵ ਨਾਲ ਕਿਹਾ, ਬਾਬਾ ਬੁੱਢਾ ਸਾਹਿਬ ਜੀ, ਆਪ ਜੀ ਨੇ ਆਪਣੀ ਰਾਏ ਨਹੀਂ ਦਿੱਤੀ, ਤੁਸੀਂ ਵੀ ਦੱਸੋ ਸਾਨੂੰ ਕੀ ਕਰਨਾ ਚਾਹੀਦਾ ਹੈ। ਬਾਬਾ ਬੁੱਢਾ ਸਾਹਿਬ ਜੀ ਹੱਥ ਜੋੜ ਕੇ ਬੇਨਤੀ ਕਰਨ ਲੱਗੇ, ਸੱਚੇ ਪਾਤਸ਼ਾਹ ਜੀ, ਜੋ ਆਪ ਜੀ ਨੇ ਕਰਨਾ ਮਹਾਰਾਜ, ਅਸੀਂ ਨਿਮਾਣੇ ਸਿੱਖ ਕੀ ਸਲਾਹ ਦੇ ਸਕਦੇ ਹਾਂ। ਸਤਿਗੁਰੂ, ਜੋ ਹੋਣਾ ਉਹ ਆਪ ਜੀ ਨੇ ਕਰਨਾ, ਜੋ ਕਰਨਾ ਉਹੋ ਹੀ ਹੋਊਗਾ। ਤੁਹਾਡੇ ਹੁਕਮ ਤੋਂ ਬਾਹਰ ਤਾਂ ਕੁਛ ਨਹੀਂ ਹੋ ਸਕਦਾ। ਕਿਉਂਕਿ ਜਿਹੜੇ ਗੁਰੂਦੇਵ ਦੇ ਵਾਸਤਵ ਸਰੂਪ ਨੂੰ ਜਾਣਦੇ ਆ ਨਾ, ਬਾਬਾ ਬੁੱਢਾ ਸਾਹਿਬ ਜੀ ਵਰਗੇ ਸਿੱਖ, ਉਹ ਗੁਰੂ ਸਾਹਿਬ ਨੂੰ ਕੇਵਲ ਸਰੀਰ ਕਰਕੇ ਨਹੀਂ ਵੇਖਦੇ। ਉਹਨਾਂ ਨੂੰ ਪਤਾ ਹੈ ਗੁਰੂ ਨਾਨਕ ਸਾਹਿਬ ਖੁਦ ਆਪ ਨੇ ਜੋ ਚਾਹਣ ਕਰ ਸਕਦੇ ਆ। ਜਦੋਂ ਇਹ ਵਾਕ ਬਾਬਾ ਬੁੱਢਾ ਸਾਹਿਬ ਜੀ ਕਹਿ ਰਹੇ ਸੀ, ਮਹਾਰਾਜ ਜੀ ਨੇ ਕਿਹਾ, ਤੁਸੀਂ ਆਪਣੀ ਸਲਾਹ ਤਾਂ ਸਾਨੂੰ ਜ਼ਰੂਰ ਦੱਸੋ ਕਿ ਸਾਨੂੰ ਕੀ ਕਰਨਾ ਚਾਹੀਦਾ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਕਿਹਾ, ਮਾਤਾ ਜੀ ਆਪ ਮਨ ਵਿੱਚ ਖਿਆਲ ਕਰਦੇ ਹੋ ਗੁਰੂਦੇਵ ਦਿੱਲੀ ਜਾਣਗੇ, ਨੁਕਸਾਨ ਹੋਵੇਗਾ। ਸਿੱਖਾਂ ਦੀ ਇਹ ਰਾਏ ਹੈ ਕਿ ਗੁਰੂ ਸਾਹਿਬ ਦਿੱਲੀ ਨਾ ਜਾਣ, ਪਰ ਸਾਡੀ ਇਹ ਬੇਨਤੀ ਹੈ ਮਹਾਰਾਜ ਆਪ ਦਿੱਲੀ ਜਾਓ। ਦਿੱਲੀ ਜਾਣ ਕਰਕੇ ਇਸ ਹਿੰਦੁਸਤਾਨ ਦੇ ਅੰਦਰ ਆਪ ਜੀ ਦਾ ਵੱਡਾ ਪ੍ਰਤਾਪ ਛਾਵੇਗਾ। ਜੋ ਸਿੱਖਾਂ ਦੇ ਮਨ ਦੇ ਅੰਦਰ ਖਿਆਲ ਹੈ, ਸ਼੍ਰੀ ਮਾਤਾ ਗੰਗਾ ਜੀ ਦੇ ਮਨ ਵਿੱਚ ਖਿਆਲ ਹੈ ਕਿ ਗੁਰੂਦੇਵ ਦਾ ਕੁਝ ਨੁਕਸਾਨ ਨਾ ਹੋਵੇ। ਤੇ ਬਾਬਾ ਬੁੱਢਾ ਸਾਹਿਬ ਨੇ ਕਿਹਾ, ਜੇ ਸਤਿਗੁਰੂ ਨਾ ਚਾਹਣ ਤਾਂ ਮਹਾਰਾਜ ਸਾਹਿਬ ਜੀ ਦੇ ਵੱਲ ਤਾਂ ਕੀ, ਸਤਿਗੁਰੂ ਦੇ ਸਿੱਖ ਵੱਲ ਕੋਈ ਉੱਚਾ ਨਹੀਂ ਝਾਕ ਕੇ ਵੇਖ ਸਕਦਾ। ਸਿੱਖ ਦਾ ਕੋਈ ਵਾਲ ਨਹੀਂ ਵਿੰਗਾ ਕਰ ਸਕਦਾ। ਗੁਰੂਦੇਵ ਦੇ ਉੱਤੇ ਕਿਵੇਂ ਔਕੜ ਆ ਸਕਦੀ ਹੈ, ਜਿਹੜੇ ਆਪ ਹੀ ਸਾਰੇ ਵਿਘਨਾਂ ਤੇ ਔਕੜਾਂ ਦੇ ਨਾਸ਼ਕ ਨੇ ਸਤਿਗੁਰੂ। ਇਸ ਤਰ੍ਹਾਂ ਜਦੋਂ ਸਾਰਿਆਂ ਭਾਵੇਂ ਨਾ ਕੀਤੀ ਸੀ, ਪਰ ਬਾਬਾ ਬੁੱਢਾ ਸਾਹਿਬ ਦੇ ਕਹਿਣ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ, ਅਸੀਂ ਦਿੱਲੀ ਜਾਵਾਂਗੇ। ਬਾਬਾ ਬੁੱਢਾ ਸਾਹਿਬ ਨੇ ਆਖਿਆ, ਜ਼ਰੂਰ ਜਾਵਾਂਗੇ, ਮਾਣ ਹੀ ਦੇਣਾ ਅਸੀਂ ਨਾ ਆਪਣੇ ਸਿੱਖ ਨੂੰ। ਸੱਚੇ ਪਾਤਸ਼ਾਹ ਨੇ ਵਜ਼ੀਰ ਖਾਨ ਨੂੰ ਬੁਲਾ ਕੇ ਆਖਿਆ, ਅਸੀਂ ਆਵਾਂਗੇ ਦਿੱਲੀ। ਮਹਾਰਾਜ ਜੀ ਦਾ ਤਿਆਰਾ ਕੀ ਕਰਨਾ ਤੇ ਦਿੱਲੀ ਨੂੰ ਸਤਿਗੁਰਾਂ ਜਦੋਂ ਚਾਲਾ ਪਾਇਆ, ਮੰਜ਼ਲ ਦਲ ਮੰਜ਼ਲ ਸਤਿਗੁਰੂ ਜੀ ਨੇ, ਜਿੱਥੇ ਮਜਨੂ ਟਿੱਲਾ ਅੱਜ ਗੁਰਦੁਆਰਾ ਸਾਹਿਬ ਹੈ, ਇੱਥੇ ਸਤਿਗੁਰਾਂ ਆ ਕੇ ਪੜਾ ਪਾਇਆ। ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੇ ਆਉਣ ਦੀ ਖਬਰ ਦਿੱਲੀ ਬਾਦਸ਼ਾਹ ਨੂੰ ਭੇਜਣ ਲਈ ਉਸ ਸਮੇਂ ਕੜਾਹ ਪ੍ਰਸ਼ਾਦ ਦੀ ਦੇਗ ਸਿੱਖਾਂ ਨੂੰ ਕਿਹਾ ਤਿਆਰ ਕਰਕੇ। ਅਰਦਾਸ ਹੋਈ ਤੇ ਉਹ ਮਹਾਰਾਜ ਜੀ ਦਾ ਕੜਾਹ ਪ੍ਰਸ਼ਾਦ ਵੱਡੇ ਥਾਲ ਵਿੱਚ ਕੁਝ ਸਿੱਖ ਮਹਾਰਾਜ ਜੀ ਨੇ ਦੇ ਕੇ ਭੇਜੇ। ਕਵੀ ਭਾਈ ਸੰਤੋਖ ਸਿੰਘ ਜੀ ਨੇ ਲਿਖਿਆ ਕਿ ਜਿਸ ਵਕਤ ਸਿੱਖ ਕੜਾਹ ਪ੍ਰਸ਼ਾਦ ਦੀ ਦੇਗ ਸਮੇਤ ਮਹਾਰਾਜ ਜੀ ਦਾ ਸੁਨੇਹਾ ਲੈ ਕੇ ਆਏ, ਜਹਾਂਗੀਰ ਬਾਦਸ਼ਾਹ ਉਸ ਸਮੇਂ ਇਸ਼ਨਾਨ ਕਰਕੇ ਹਟਿਆ ਸੀ ਤੇ ਉਸ ਨੂੰ ਅੰਦਰ ਖਬਰ ਆਈ ਕਿ ਗੁਰੂਦੇਵ ਦੇ ਸਿੱਖ ਆਏ ਹੈ। ਉਹਨੇ ਕਿਹਾ ਅੰਦਰ ਬੁਲਾਓ। ਜਦੋਂ ਅੰਦਰ ਬੁਲਾਇਆ ਗਿਆ ਤੇ ਸਿੱਖਾਂ ਨੇ ਕੜਾਹ ਪ੍ਰਸ਼ਾਦ ਜਿਹੜਾ ਸੀ ਬਾਦਸ਼ਾਹ ਜਹਾਂਗੀਰ ਨੂੰ ਦਿੱਤਾ। ਬਾਦਸ਼ਾਹ ਇਸ਼ਨਾਨ ਕਰ ਹਟਿਆ ਸੀ, ਉਸੇ ਸਮੇਂ ਉਸਨੇ ਕਿਹਾ ਵੀ ਇਹ ਕੜਾਹ ਪ੍ਰਸ਼ਾਦ ਜਿਹੜਾ ਹੈ ਮੈਨੂੰ ਛਕਣ ਨੂੰ ਦਿਓ। ਕੜਾਹ ਪ੍ਰਸ਼ਾਦ ਜਦੋਂ ਜਹਾਂਗੀਰ ਨੇ ਆਪਣੇ ਮੁਖ ਵਿੱਚ ਪਾਇਆ, ਉਹਨੂੰ ਇੰਨਾ ਸਵਾਦ ਆਇਆ, ਇੰਨਾ ਰਸ ਆਇਆ। ਵਜ਼ੀਰ ਖਾਨ ਨੂੰ ਕਹਿੰਦਾ, ਵਜ਼ੀਰ ਖਾਨ, ਜਿਨ੍ਹਾਂ ਦਾ ਭੇਜਿਆ ਹੋਇਆ ਪ੍ਰਸ਼ਾਦ ਇੰਨਾ ਸਵਾਦ ਹੈ, ਉਹਨਾਂ ਦੇ ਦਰਸ਼ਨ ਕਿਹੋ ਜਿਹੇ ਹੋਊਗੇ। ਮਹਾਰਾਜ ਜੀ ਨੂੰ ਬੇਨਤੀ ਕਰੋ ਕਿ ਮੇਰਾ ਮਨ ਬਹੁਤ ਬੇਬਲ ਹੈ, ਸਤਿਗੁਰੂ ਮੈਨੂੰ ਦਰਸ਼ਨ ਬਖਸ਼ੋ। ਇਹ ਸਤਿਗੁਰੂ ਜੀ ਦੇ ਕੜਾਹ ਪ੍ਰਸ਼ਾਦ ਦੇ ਵਿੱਚ ਇੰਨੀ ਸ਼ਕਤੀ ਹੈ ਨਾ ਸਾਧ ਸੰਗਤ ਜੀ, ਇਹ ਪੁੱਠਾ ਮਨ ਵੀ ਸਿੱਧਾ ਕਰ ਦਿੰਦਾ ਜੇ ਸ਼ਰਧਾ ਨਾਲ ਮਹਾਰਾਜ ਦਾ ਸੀਤ ਪ੍ਰਸ਼ਾਦ ਛਕਿਆ ਜਾਵੇ। ਕਈ ਵਾਰੀ ਇਤਿਹਾਸ ਵਿੱਚ ਜ਼ਿਕਰ ਆਉਂਦਾ, ਜਿਹੜੇ ਕੋਈ ਪਹਾੜੀ ਰਾਜੇ ਵੀ ਜਾਂ ਉਹਨਾਂ ਦੇ ਭੇਜੇ ਹੋਏ ਏਲਚੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਪ੍ਰਭਾਵਿਤ ਹੋ ਜਾਂਦੇ ਸੀ, ਉਹ ਆਪਸ ਵਿੱਚ ਪਤਾ ਕੀ ਕਹਿੰਦੇ ਹੁੰਦੇ ਸੀ? ਉਹ ਕਹਿੰਦੇ ਵੀ ਇਹ ਗੱਲ ਤਾਂ ਇਹਦੀ ਮੱਤ ਫਿਰ ਗਈ ਹੈ, ਗੁਰੂ ਕਾ ਕੜਾਹ ਖਾ ਆਇਆ। ਇਸ ਤਰ੍ਹਾਂ ਕਹਿੰਦੇ ਹੁੰਦੇ ਸੀ। ਕੜਾਹ ਪ੍ਰਸ਼ਾਦ ਮਹਾਰਾਜ ਜੀ ਦਾ ਸੀਤ ਪ੍ਰਸਾਦ ਹੁੰਦਾ ਹੈ। ਇਹ ਜਦੋਂ ਆਪਾਂ ਕਿਰਪਾਨ ਭੇਟ ਕਰਦੇ ਹਾਂ, ਅਕਾਲ ਪੁਰਖ ਵਾਹਿਗੁਰੂ ਜੀ ਦਾ ਜਿਹੜਾ ਸਾਧ ਸੰਗਤ ਜੀ
चिन्ह है ना श्री साहिब, वो जदों इहदे विच स्पर्श हुंदी है, पंचामृत इकट्ठे हुंदे है, ये अमृत बन जाता है। छकण वाले दे उत्ते इहो जिहा प्रभाव पैंदा, उहदे अंदर दैवी शक्तियां दा रमण होण लग जांदा। जहांगीर ते बड़ा प्रभाव पिया। उस फिर जदों बड़ी बेबलता नाल दर्शन चाहे, गुरु साहब जी नूं बेनती कीती। जहांगीर दे आए हुए वजीर खान ने, महाराज बादशाह दर्शनां नूं उड़ीकदा है। सतगुरां कहा तैयारी करो। तैयारी होई, गुरुदेव आप घोड़े ते सवार होए। सच्चे पातशाह दी असवारी जदों दिल्ली दे अंदर प्रवेश होई, नगारा बज रहा सी। बेशुमार घोड़ियां ते सवार सिख सूरमे गुरुदेव दे पिछे पिछे निशान झूलदा अगे जा रहा सी। दिल्ली निवासी लोग बाहर निकल निकल के वेखण लग पे, ते जदों सतगुरु जी नूं घोड़े ते चढ़िया होया वेखदे है, वड्डा शरीर दा डील डौल, गज चौड़ी छाती, सतगुरां दा नूर नाल दगदा होया मस्तक। एक दूसरे नूं पुछदे आ कौन ने, किस देश दे बादशाह हन। दिल्ली दे सिख बड़े मान नाल कहिंदे ऐ, ये गुरु नानक साहब दी गद्दी दे मालक गुरु हरगोबिंद साहब सच्चे पातशाह दी सवारी जा रही है। सच्चे पातशाह दी इहो जी शोभा दिल्ली निवासी वेख वेख के, मुसलमान वेख वेख के दंग रह गए। जहांगीर दे नाल मिलाप होना, बादशाह ने सतगुरां तो प्रभावित होना, दिन प्रति मुलाकातां होण लगियां। सच्चे पातशाह दा जो प्रताप चंदू घटाउणा चाहुंदा सी ना, सगों महाराज दा प्रताप बहुत वधिया। बहुत ऐसे जिहड़े सिख भी नहीं सीगे, मुसलमान सी, हिंदू सी, गुरुदेव दे स्वरूप तो प्रभावित हो करके महाराज दे अनुयायी होण लगे। चंदू बहुत दुखी होया। फिर इसने बादशाह दे कचहरी विच एक रखिया होया मुलाजम नजूमी सी, उसनूं खरीदिया। इस ते कई विद्वान शंका करते हैं कि कोई ब्राह्मण नजूमी जिहड़ा है वो बादशाह दा किवें जिहड़ा है वो एहलकार हो सकदा, जदों कि बादशाह मुसलमान सी। साध संगत जी, जिहड़े राजे हुंदे आ ना, इन्हां ने हरेक धर्म दा जिहड़ा है ना मनुख अपने राज दरबार विच मुलाजम रखिया हुंदा है। शेरे पंजाब जी दा राज भी इस गल दी गवाही दिंदा है। महाराजा साहब दे कोल भी सारियां धर्मां दे जिहड़े सी ना वो नुमाइंदे साध संगत जी काम करदे सीगे। इहनूं खरीद के कहा कि बादशाह तेरे ते साड़ सती आई है, वो टलेगी नहीं। टल तां सकदी जे तेरे लिए कोई खुदा दे वास्ते जिहड़ा है खुदा दी इबादत करे, बंदगी करे। जहांगीर ने पूछया कौन है ऐसा, ये तो फिर चाहुंदा ही सी। कहा गुरु हरगोबिंद साहब जी महाराज जे तेरे वास्ते बंदगी करन तां फिर तेरे सिर तो बला टल सकदी है। जहांगीर बादशाह ने गुरु साहब नूं बेनती करनी, सतगुरां ने हस के कहा, क्योंकि ग्वालियर जाना सतगुरां आप कबूल कीता सी, क्योंकि वो ग्वालियर दे अंदर कैद 52 राजे जिहड़े जिंदगी भर लई कैद पाए हुए सन ते भगवान दे अगे अरदासां करदे सी। वो पहाड़ी राजे कि महाराज सानू मुक्ति दिओ, ते भगवान स्वरूप गुरु हरगोबिंद साहब ने फिर उन्हां दीयां अरदासां सुनियां। सच्चे पातशाह ने, महाराज ने जदों जहांगीर दा ये बोल सुनिया, उन्हें बेनती कीती ते सतगुरु जी हस पे। महाराज आख्या जहांगीर साड़ सती जिहदे सिर ते आई है ना, उदों तो टलूगी नहीं, पर जे साडे किले च जाया तेरा भला हुंदा है ते चले जाने आ, क्योंकि जाना तो सीगा सतगुरु ने। उथों दा दरोगा इन्ना महाराज दा प्रेमी हो चुका सीगा, कविराज ने जिक्र कीता है, वो बेनतियां करदा सी, महाराज मैं इस नौकरी करन दी खातर, पापी पेट दी खातर तुहाडे दर्शन नहीं कर सकदा, आ करके गुरुदेव जे मेरे प्रेम दी भावना परख दे ते कृपा करके मैनू दर्शन बख्श दिओ। उस दरोगे नूं जदों पता लगा कि गुरु हरगोबिंद साहब जी महाराज ग्वालियर आ रहे है, उसकी खुशी की हद ना रही। बड़ा वड्डा उस प्रबंध किया सतगुरां दा ग्वालियर आउणा। ते साध संगत जी, जिवें राजियां महाराजियां वास्ते आओ भगत की जाती है, इवें दरोगे ने सतगुरां जी की आओ भगत लई बड़े पकवान तैयार करवाए। बड़ी ज़्यादा किले दे अंदर तैयारी की गई। जदों सतगुरु जी आए, उहदी शरधा नूं भाग लाया महाराज जी ने।
सतगुरां जी ने आख्या भी सानू ये पकवान जेड़े प्रवान नहीं हैं। महाराज जी आप हुण इत्थे रहोगे तो की छकोगे? सतगुरां जी ने अपने सिखां नूं कहा भी सिखो किरत करके जिहड़ी भी कोई तुसीं मजदूरी लैके आओगे उहदा भोजन बना के सानू छकाओ। साडा इतिहास गवाही दिंदा है कि वह पकवान सतगुरां प्रवान नहीं कीते। बाबा बिधि चंद जी, भाई जेठा, भाई लंगाहा बाहर काम करते, मजदूरी करते, ते जिहड़ी साध संगत जी मजदूरी पैसे मिलते उहदी रसद खरीद के गुरु साहब नूं लंगर बना के छकाउंदे। सिखां दी किरत दी माया दा लंगर सतगुरां ने छकिया। महाराज दे उत्थे जाण करके फिर लहरां बहरां लग गईयां। राजिਆਂ ਨੂੰ ਤਾਂ कैद भुल ही गई, उन्होंने ये भुल ही गया सी असीं कैद च हाँ, नहीं तो सिरां च जूआं पईयां होईयां सी, नहाउण नहीं सी दिता जांदा, सौण नहीं सी चज नाल दिता जांदा, कपड़े मैले कुचैले पाए हुए सी। परमेश्वर अगे अरदासां करदे सी कि इहदे नालों तां चंगी मौत मिल जावे, पर उन्हां नूं जिंदगी दी आस बज गई। गुरुदेव दे हजूर सवेरे शाम दीवान लगदा, कीर्तन हुंदा, बहुत आत्मक आनंद दा जिथे रस माणदे उथे मनपसंद लंगर राजिਆਂ ਨੂੰ ਖਾਣ ਨੂੰ मिलदा। बहुत भारी देश विच ये खबरां फैल गईयां। गुरु हरगोबिंद साहिब जी महाराज दा ग्वालियर दे अंदर कैद करना। फिर साध संगत जी जो बादशाह दी एक बेगम सीगी जिसनों साईं मियाँ मीर जी तो जिहड़ा सी उसनूं मुसलमान दे जो धर्म दे अंदर जो सिक्ख्या दीख्या हुंदी है वह प्राप्त होई सी। इस करके साईं मियाँ मीर जी की बड़ी वो उपासक सी। साईं मियाँ मीर जी ने ते समय बादशाह नूं बहुत ज़्यादियां लाहनतां पाईयां कि बादशाह तेरे राज विच गुरु अर्जन साहब जी महाराज की शहादत होनी, तू हुण उन्हां दे पुत्र गुरु हरगोबिंद साहब जी महाराज नूं कैद पाया होया है। सिख संगतां व्याकुल हो गईयां। ग्वालियर के किले दियां परिक्रमा करके सिखां ने दर्शन करके मुड़ जाना। गुरुदेव के दर्शनां नूं संगतां तरस गईयां। माता गंगा जी ने बाबा बुढ़ा साहब नूं फिर बड़े उलामे सहित कहा, तुसीं ही गुरां जी नूं सतगुरां जी नूं दिल्ली भेजिया सी, जाओ हुण लैके आओ, हुकूमत ने कैद पा दिता है। बाबा बुढ़ा साहब जी ने तिस समय साध संगत जी जो शब्द चौंकियां हन ना, श्री हरमंदर साहब जी दे अंदर सिख संगतां शब्द गायन करदियां परिक्रमा विच, ये बाबा बुढ़ा साहब ने उदों ये चौंकी शब्द जिहड़ी है शब्द चौंकी इहदी शुरुआत की। आख्या सिखो गुरु हरगोबिंद साहब जी नूं कोई कैद नहीं पा सकदा। सतगुरु जी निरंकार स्वरूप ने, आपां महाराज दे चरनां च अरदास करिए, शब्द पढ़िया करिए, सतगुरु साडी बेनती सुण आप ही कृपा करके आउणगे। फिर माता जी दे ये पुरजोर कहण तो बाबा बुढ़ा साहब ने तैयारा किया। बाबा बुढ़ा साहब दा दिल्ली आउणा ते साध संगत जी भाई संतोख सिंह साहब जी ने लिखिया है कि भाई जेठा ते भाई लंगा फिर रात नूं ना शेर बन के जहांगीर दी छाती ते चढ़े। बड़ा इहनूं भै आउंदा, सुपने वांगू जिवें प्रतीत हुंदा, डर जांदा, अखां खुलदियां, सारा शरीर ही पसीने नाल भरिया हुंदा। आ करके अमीर वजीर पुछदे, चीका मारदा। फिर बड़े बड़े इसने सियाणियां नूं, आलम फाजल मुसलमानां नूं पुछ लिया, किसे दी कुछ समझ ना पवे। जदों सोया करे शेर बन के सिख छाती ते चढ़िया करन। बहुत ज़्यादा जदों डर गया फिर साईं मियाँ मीर जी ने प्रेरिया बादशाह गुरु साहब नूं ग्वालियर दे किले तो लाया। जदों बादशाह जहांगीर ने फिर वजीर खान ने भी इस नूं प्रेरिया कि तू ये गलत कर रहे हैं। बादशाह ने कहा कि गुरु साहब नूं ग्वालियर तो लैके आओ। सतगुरु जी नूं जदों ग्वालियर तो किले चों बाहर आउण वास्ते बादशाह दा वो परवाना मिलिया। महाराज जी जदों तुरन लगे तो सारे 52 राजे रो पे, कहण लगे महाराज तुहाडे आउण नाल सानूं जिंदगी मिली। महाराज जे हुण तुसीं चले हो जां तां सानूं नाल लैके जाओ जां अपने हत्थीं मार दिओ, तुहाडे तो बिना नहीं असीं जी सकना। उन्हां निमाणियां ते नताणियां दी वो पुकार सुन के सतगुरां ने परवाना मोड़ दिता। महाराज कहंदे जाओ बादशाह जहांगीर नूं कह दिओ हुण असीं इकल्ले बाहर नहीं आवांगे, ये राजे सारे साडे नाल मुक्त करने पैणगे। जहांगीर बड़ा तंग होया क्योंकि बड़े बड़े युद्ध करके राजे पकड़े सीगे, उम्र कैद पाई हुई सी, लाश ही बाहर आउंदी सी, जिंदा बाहर नहीं सी आ सकदा। जहांगीर ने ते समय
ਵਜ਼ੀਰ ਖਾਨ ਨੇ ਕਿਹਾ, ਬਾਦਸ਼ਾਹ ਤੇਰੀ ਜ਼ਿੰਦਗੀ ਨਾਲੋਂ ਕਿਹੜੀ ਚੀਜ਼ ਚੰਗੀ ਹੈ? ਵੇਖ ਤੇਰਾ ਸਰੀਰ ਰਿਹਾ ਤੇ ਰਾਜ ਹੈ ਨਾ, ਤੇ ਜੇ ਸਰੀਰ ਹੀ ਨਹੀਂ ਤੇ ਤੈਨੂੰ ਰਾਜ ਭਾਗ ਦਾ ਕੀ ਸੁੱਖ ਹੈ। ਜਹਾਂਗੀਰ ਨੇ ਫਿਰ ਮਰਦੇ ਨੇ ਅੱਕ ਚੱਬਿਆ, ਕਹਿਣ ਲੱਗਾ ਵਜ਼ੀਰਾਂ ਨਾਲ ਸਲਾਹ ਕੀਤੀ ਕੀ ਕਰੀਏ। ਗੁਰੂ ਸਾਹਿਬ ਨੂੰ ਛੱਡਣ ਲਈ ਉਹਨਾਂ ਕਿਹਾ ਕਿ ਮਹਾਰਾਜ ਨੂੰ ਆਖੋ ਜਿਹੜੇ ਤੁਹਾਡਾ ਪੱਲਾ ਫੜ ਲੈਣ ਬਾਹਰ ਆ ਜਾਣ, 2-4 ਫੜ ਲੈਣਗੇ, ਸਾਰੇ 52 ਨਾ ਛੱਡਣੇ ਪੈਣਗੇ, ਪੂਰੇ ਗੁਰੂ ਜੀ ਨੂੰ ਅਧੂਰਾ ਨਹੀਂ ਛੱਡ ਸਕਦਾ। ਮਹਾਰਾਜ ਜੀ ਨੇ ਆਖਿਆ ਵੀ ਅੱਛਾ ਇਹ ਗੱਲ ਹੈ, ਜਾਓ। ਜਿਹੜਾ ਕਵੀ ਜੀ ਨੇ ਜ਼ਿਕਰ ਕੀਤਾ ਉਹ 50 ਕਲੀਆਂ ਵਾਲਾ ਚੋਲਾ ਸੀ। ਸਾਧ ਸੰਗਤ ਜੀ, ਮਹਾਰਾਜ ਜੀ ਨੇ ਜਦੋਂ ਆਪਦੇ ਗਲ ਪਾਇਆ ਤੇ ਹਜੂਰ ਨੇ ਫਿਰ ਇੱਕ ਇੱਕ ਕਲੀ ਜਿਹੜੀ ਸੀ ਉਹ ਸਾਰੇ ਰਾਜਿਆਂ ਨੇ ਪਕੜ ਲਈ। 50 ਰਾਜੇ ਜਿਹੜੇ ਸੀ ਉਹ ਕਲੀਆਂ ਪਕੜ ਖਲੋਤੇ। ਜਦੋਂ ਗੁਰੂਦੇਵ ਤੁਰਨ ਲੱਗੇ 2 ਰਾਜੇ ਰਹਿ ਗਏ ਸੀ। ਕਵੀ ਰਾਜ ਜ਼ਿਕਰ ਕਰਦੇ ਆ, ਦੋਵੇਂ ਭੁੱਬਾਂ ਮਾਰ ਕੇ ਰੋ ਪਏ। ਮਹਾਰਾਜ 50 ਰਾਜੇ ਤਾਂ ਤੁਸੀਂ ਲੈ ਚੱਲੇ ਹੋ ਕਲੀਆਂ ਪਕੜਾ ਕਰਕੇ, ਮਹਾਰਾਜ ਸਾਡਾ ਕੀ ਬਣੇਗਾ? ਹਜੂਰ ਦੇ ਕਮਰ ਕੱਸੇ ਦੇ ਅੱਗੇ 2 ਲੜ ਲਮਕ ਰਹੇ ਸੀ। ਮਹਾਰਾਜ ਕਹਿੰਦੇ ਸਾਡੇ ਕਮਰ ਕੱਸੇ ਦੇ ਲੜ ਪਕੜ ਲਓ। ਉਹਨਾਂ ਨੇ ਸਤਿਗੁਰਾਂ ਦੇ ਕਮਰ ਕੱਸੇ ਦੇ ਅੱਗੇ ਜਦੋਂ ਕਮਰ ਕੱਸਾ ਲਾਈਦਾ ਤੇ 2 ਲੜ ਲਮਕਦੇ ਹੁੰਦੇ ਨਾ ਕਮਰ ਕੱਸੇ ਦੇ, ਉਹਨਾਂ ਦੋਹਾਂ ਰਾਜਿਆਂ ਨੂੰ ਕਮਰ ਕੱਸੇ ਦੇ ਦੋਵੇਂ ਲੜ ਪਕੜਾ ਦਿੱਤੇ। 52 ਰਾਜਿਆਂ ਨੂੰ ਲੈ ਕੇ ਸੱਚੇ ਪਾਤਸ਼ਾਹ ਜੀ ਮਹਾਰਾਜ ਗਵਾਲੀਅਰ ਤੋਂ ਬਾਹਰ ਆਏ। ਸਾਧ ਸੰਗਤ ਜੀ, ਇਹ ਜਿਹੜਾ ਚੰਦੂ ਜੋ ਚਾਹੁੰਦਾ ਸੀਗਾ ਉਹ ਹੋ ਨਾ ਸਕਿਆ। ਜਹਾਂਗੀਰ ਨੂੰ ਬਹੁਤ ਗੁੱਸਾ ਸੀ ਕਿ ਚੰਦੂ ਨੇ ਹੀ ਗੁਰੂਦੇਵ ਨੂੰ ਗਵਾਲੀਅਰ ਵਿੱਚ ਲੈ ਕੇ ਜਾਣ ਦੀ ਗੱਲ ਕਹੀ ਸੀ। ਜੇ ਨਾ ਕਹਿੰਦਾ ਤਾਂ 52 ਰਾਜੇ ਨਹੀਂ ਸੀ ਛੱਡਣੇ ਪੈਣੇ। ਚੰਦੂ ਨੂੰ ਜਹਾਂਗੀਰ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਹਵਾਲੇ ਕਰ ਦਿੱਤਾ। ਸਤਿਗੁਰਾਂ ਨੇ ਤੇ ਸਮੇਂ ਭਾਈ ਪੁਰਾਣੇ ਨੂੰ ਕਿਹਾ ਕਿ ਇਸ ਚੰਦੂ ਨੂੰ ਪਕੜ ਲਓ। ਚੰਦੂ ਦੀਆਂ ਮੁਸ਼ਕਾਂ ਬੰਨੀਆਂ ਗਈਆਂ। ਦਿੱਲੀ ਦੇ ਸਿੱਖਾਂ ਨੂੰ ਭਾਈ ਪੁਰਾਣੇ ਨੇ ਆਖਿਆ ਵੀ ਜਿਨ ਗੁਰੂ ਨਾਨਕ ਸਾਹਿਬ ਦੀ ਸਿੱਖੀ ਲੈਣੀ ਇਹਦੇ ਸਿਰ 'ਚ ਛੱਤਰਾਂ ਦੀ ਮਾਰ ਕਰੋ। ਵਾਰ ਨਹੀਂ ਸੀ ਆਉਂਦੀ। ਸਾਧ ਸੰਗਤ ਜੀ, ਅੱਜ ਦੇ ਰਾਸ਼ਟਰਪਤੀ ਨਾਲੋਂ ਕਹਿੰਦੇ 10 ਗੁਣਾ ਵੱਧ ਤਾਕਤ ਰੱਖਦਾ ਸੀ ਚੰਦੂ। ਐਡਾ ਤਗੜਾ ਉਹ ਦੀਵਾਨ ਸੀ। ਪਰ ਅੱਜ ਉਹ ਦਿਨ ਆਇਆ ਜਦੋਂ ਫਿਰ ਸਿੱਖਾਂ ਨੇ ਸਿਰ ਵਿੱਚ ਜੁੱਤੀਆਂ ਦੀ ਮਾਰ ਕੀਤੀ ਤੇ ਮਹਾਰਾਜ ਚੰਦੂ ਨੂੰ ਕੁੱਤਿਆਂ 'ਚ ਬੰਨ੍ਹ ਕੇ ਜਿਸ ਦਿਨ ਅੰਮ੍ਰਿਤਸਰ ਸਾਹਿਬ ਸਤਿਗੁਰੂ ਜੀ ਆਏ ਸੀ ਉਸ ਦਿਨ ਸਾਧ ਸੰਗਤ ਜੀ ਦੀਪਮਾਲਾ ਦਾ ਇਹ ਦਿਨ ਸੀਗਾ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਆਉਣ ਦੀ ਖੁਸ਼ੀ ਵਿੱਚ ਬਾਬਾ ਬੁੱਢਾ ਸਾਹਿਬ ਜੀ ਨੇ ਤੇ ਸਿੱਖਾਂ ਨੇ ਸਾਰੇ ਥਾਵਾਂ ਤੇ ਦੀਪਮਾਲਾ ਕੀਤੀ। ਇਸ ਕਰਕੇ ਸਿੱਖ ਸੰਗਤਾਂ ਦੇ ਅੰਦਰ ਇਹ ਪਵਿੱਤਰ ਦਿਹਾੜਾ ਸ਼ਰਧਾ ਤੇ ਨਾਲ ਪਿਆਰ ਨਾਲ ਮਨਾਇਆ ਜਾਂਦਾ ਹੈ। ਤੋ ਸਮਾਂ ਸਾਧ ਸੰਗਤ ਜੀ ਸੀਮਤ ਹੈ। ਆਪਾਂ ਸ਼ਬਦ ਦੀ ਕਥਾ ਵੀ ਕਰਨੀ ਹੈ। ਤਕਰੀਬਨ 1 ਘੰਟਾ ਹੋ ਗਿਆ ਹੈ, ਪਰ ਮੈਂ ਕੋਸ਼ਿਸ਼ ਕਰਨੀ ਹੈ ਛੇਤੀ ਸਮਾਪਤੀ ਹੋਵੇ। ਸੱਚੇ ਪਾਤਸ਼ਾਹ ਜੀ ਮਹਾਰਾਜ ਦੇ ਆਉਣ ਦੀ ਖੁਸ਼ੀ ਵਿੱਚ ਸਿੱਖਾਂ ਨੇ ਦੀਪਮਾਲਾ ਕੀਤੀ। ਇਹ ਦੀਪਮਾਲਾ ਖੁਸ਼ੀ ਦਾ ਪ੍ਰਤੀਕ ਹੈ, ਖੁਸ਼ੀ ਦਾ ਤਿਉਹਾਰ ਹੈ। ਤਖ਼ਤ ਸਾਹਿਬ ਦੇ ਕੱਲ ਤਖ਼ਤ ਸਾਹਿਬ ਦੇ ਉੱਪਰ ਜੋ ਇਸ਼ਨਾਨ ਦੀ ਸੇਵਾ ਹੋਈ ਤੇ 4 ਚੁਫੇਰਾ ਚਮਕਿਆ ਹੋਇਆ ਬੜਾ ਸੋਹਣਾ ਨਵਾਂ ਸਭ ਕੁਝ ਪ੍ਰਤੀਤ ਹੁੰਦਾ ਹੈ ਤੇ ਸਿੱਖ ਬੜੀ ਸ਼ਰਧਾ ਨਾਲ ਪਿਆਰ ਨਾਲ ਸੇਵਾ ਕਰਦੇ ਹੈ। ਬੜਾ ਉਤਸ਼ਾਹ ਹੈ ਇਸ ਪਵਿੱਤਰ ਪੁਰਬ ਦਾ। ਅੱਜ ਦੀਪਮਾਲਾ ਦਾ ਦਿਨ, ਮੈਂ ਰਾਤ ਦੇ ਸਮੇਂ ਆਤਿਸ਼ਬਾਜ਼ੀ ਦੀਪਮਾਲਾ ਹੁੰਦੀ ਹੈ। ਗਰੀਬ ਨਿਵਾਜ ਸੱਚੇ ਪਾਤਸ਼ਾਹ ਦਾ ਇਹਨਾਂ ਹੀ ਦਿਨਾਂ ਵਿੱਚ ਸਤਿਗੁਰਾਂ ਨੇ ਕੱਤਕ ਸੁਦੀ ਦੂਜ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇਣੀ। ਆਪ ਸਤਿਗੁਰਾਂ ਸੱਚਖੰਡ ਚਾਲਾ ਮਾਰਨਾ, ਉਹ ਪਵਿੱਤਰ ਪੁਰਬ ਆ ਰਹੇ ਹੈ। ਸਾਧ ਸੰਗਤ ਜੀ, ਸਿੰਘ ਸਾਹਿਬ ਭਾਈ ਮਨੀ ਸਿੰਘ ਸਾਹਿਬ ਦਾ ਮੈਂ ਜ਼ਿਕਰ ਕੀਤਾ ਸੀ। ਭਾਈ ਸਾਹਿਬ ਨੇ ਬੜਾ ਸਮਾਂ ਜਦੋਂ ਮੁਗਲਿਆ ਹਕੂਮਤ ਸੀ ਤੇ ਅੰਮ੍ਰਿਤਸਰ ਸਾਹਿਬ ਦੇ ਅੰਦਰ ਦੀਪਮਾਲਾ ਦਾ ਜੋੜ ਮੇਲਾ ਨਹੀਂ ਹੋਇਆ। ਜਿਨ੍ਹਾਂ ਦੇ ਮਨ ਦਾ ਖਿਆਲ ਹੈ ਨਾ ਕਿ ਦੀਵਾਲੀ ਦੀਪਮਾਲਾ ਦਾ ਇਹ ਤਿਉਹਾਰ ਨਹੀਂ ਮਨਾਉਣਾ ਚਾਹੀਦਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮਨਾਮੇ ਸਾਹਿਬ ਨੇ ਸਿੱਖ ਸੰਗਤ ਦੇ ਨਾਮ ਦੇ ਉੱਪਰ, ਜਿਨ੍ਹਾਂ ਹੁਕਮਨਾਮਿਆਂ ਸਾਹਿਬ ਦੇ ਉੱਤੇ ਗੁਰੂਦੇਵ ਨੇ ਲਿਖਿਆ ਕਿ ਗੁਰੂ ਪਿਆਰੀ ਸਾਧ ਸੰਗਤ ਜੀ ਦੀਪਮਾਲਾ ਦਾ ਪੁਰਬ ਆ ਰਿਹਾ ਹੈ। ਦੀਪਮਾਲਾ ਦੇ ਪੁਰਬ ਤੇ ਆ ਕੇ ਸੰਗਤ ਵਿੱਚ ਨਾਮ ਬਾਣੀ ਦੇ ਲਾਹੇ ਪ੍ਰਾਪਤ ਕਰਨੇ, ਸਰਬੱਤ ਸੰਗਤ ਨੇ ਦਰਸ਼ਨ ਦੀਦਾਰ ਕਰਨੇ। ਇਹ ਮਹਾਰਾਜ ਜੀ ਦੇ ਹੁਕਮਨਾਮੇ ਸਾਹਿਬਾਂ ਦੇ ਅੰਦਰ ਦੀਪਮਾਲਾ ਦਾ ਜ਼ਿਕਰ ਆਉਂਦਾ। ਇਸ ਕਰਕੇ ਜਿੱਥੇ ਗੁਰੂਦੇਵ ਨੇ ਹੀ ਆਪਣੀ ਕਲਮ ਨਾਲ ਤਿਉਹਾਰਾਂ ਨੂੰ ਮਨਾਉਣ ਦੀ ਆਗਿਆ ਕੀਤੀ ਹੋਵੇ, ਉੱਥੇ ਕਿਸੇ ਹੋਰ ਦੀ ਕੋਈ ਸਾਧ ਸੰਗਤ ਜੀ ਦਲੀਲ ਨਹੀਂ ਰਹਿ ਜਾਂਦੀ।
इस करके सानू सतगुरां दी सिक्ख्या दा पालन करना चाहिदा। सिंह साहब भाई मनी सिंह साहब ने पंथ इकट्ठा किया भी बड़ा चिर हो गया दीपमाला दा जोड़ मेला नहीं किया। पंथ नूं सुनेहे भेज दिते ते पंथ विच भाई साहब दा सत्कार सतगुरु जी वांग सिंह करदे सी कि गुरु गोबिंद सिंह साहब दे हजूरी सिंह ने भाई मनी सिंह साहिब जो आग्ञा करदे सी गुरुदेव दी आग्ञा जान के ही सिंह उस हुक्म दे उत्ते फुल चाढ़दे सी। ਸਿੰਘਾਂ ने वहीरां घत दित्तियां। जदों दीपमाला दा जोड़ मेला सी एक दिन पहला मुगलिया हुकूमत ने घेरा करना शुरू कर दिता। उन्हें सोचिया भी कल्ले कल्ले लभ के मारने पैंदे, इकट्ठे ही मार दिओ, इत्थे इकट्ठे होऊगे। ते हुकूमत दी ये खोटी नीति वेख के भाई साहब ने चिट्ठियां दोबारा कड्डियां, खालसा जी हुकूमत दी नीयत ठीक नहीं ते तुसीं अमृतसर साहब ना आयो, साडे करके खालसे पंथ दा नुकसान होवे, ये नहीं असीं चाहुंदे। जिथे जिथे सिंघां नूं दलां पंथां नूं ये चिट्ठियां मिलियां सब मुड़ गए वापस, क्योंकि भाई साहब दा हुक्म हो गया कि हुण हरमंदर साहब ना आयो। फिर समा आया ते फिर तुसीं दर्शन दीदार करन आउणा। 5000 रुपया भरना करके दीपमाला दा तिहार मनाउण वास्ते साध संगत जी उन्हां ने ये आग्ञा दित्ती सी। पर जदों सिपाहियां ने घेरा पा लिया, आम संगत भी ना आई, चढ़ावा ना चढ़िया, भाई साहब नूं गिरफ्तार कर लिया गया। कहंदे 5000 रुपया सरकारी खजाने च जमा कराओ। भाई साहब कहंदे तुसीं जिहड़ा साडे नाल ऐहद कीता सी भी दीप मेला माला दा जोड़ मेला मना लो, ते जदों जोड़ मेला तुसीं मनाउण ही नहीं दिता, संगत आउण नहीं दित्ती ते माया चढ़ी नहीं, असीं तुहानूं कित्थों दे दईए 5000। भाई साहब नूं गिरफ्तार कर लिया गया। मनोरथ तां दूजा सीगा। ते फिर लाहौर दे सिखां नूं पता लगा, कहंदे भाई साहब 5000 की तुहाडे बदले सोना तोल के दे देंगे। पर भाई साहब जी ने उस समय कहा सी लाहौर दे सिखां नूं, तन गंदगी की कोठड़ी हर हीरियां की खान, जे सिर दित्तियां हर मिलै तां भी सस्ता जान। कहंदे मैं तुहाडी लहू पसीने दी कीती कमाई इस जालम दे खजाने च नहीं जान देंगा। ਸਿੰਘਾਂ ਨੂੰ कहा कि खालसा जी मेरे वरदान का वक्त आ गया, जो बाजा वाले सतगुरां मैनू वरदान दिता सी कि तेरा बंद बंद छुट जाएगा पर धर्म नहीं छड्डेगा, तेरी अवस्था च फर्क नहीं पवेगा। तो साध संगत जी फिर भाई साहब के बंद बंद छडाउण का फतवा दिता गया। भाई मनी सिंह साहिब जी सुखमनी साहब का पाठ करदियां होया किवें अपने शरीर के टुकड़े टुकड़े करवा लए, पर गुरबाणी की प्रीत नहीं छड्डी। टोकरे विच शरीर के टुकड़े करके पा दिते सी, पर उन्हां टुकड़ियां विचों साध संगत जी सुखमनी साहब की बाणी का भोग पिया, संपूर्णता होई। ऐसा उच्चा ते सुच्चा जीवन सिंह साहब भाई मनी सिंह साहब जी का हैड ग्रंथी सचखंड श्री हरमंदर साहिब। ऐसियां ऐसियां साध संगत जी उन्होंने सेवावां पंथ दे अंदर कीतियां, महान देन है उन्हां दी पंथ नूं। सिंह साहब भाई मनी सिंह साहब की शहादत भी इस दिवाली के पुरब के संबंध विच होई। गरीब नवाज सच्चे पातशाह जी महाराज मेहर करन, सानू साडे पुरखियां तो सेध मिले। सच्चे पातशाह जी महाराज दे दिते उपदेश नूं कमाईए, इन्हां पुरबां ते ही भावें आईए, पर सतगुरां दे उपदेश नूं अपने हृदय रूपी पल्ले च बन के लैके जाइए। सतगुरु जी नूं सदा अंग संग समझिए। महाराज सच्चे पातशाह सदा अपने सिख दे सिर ते मेहर भरिया हथ रखते है। जिंदगी सदीव नहीं साध संगत जी, सच्चे पातशाह महाराज दा सानू शब्द सदीव जिउण दी दात बख्शिश करदा है। महाराज सच्चे पातशाह जी कृपा करन। इस दीपमाला दे पुरब दियां आप सरबत संगतां नूं बहुत बहुत वधाइयां होण। महाराज जी दे पवित्र शब्द की कथा आओ केवल मर्यादा पूरी करदे सरवण करिए। महाराज जी दे चरनां दा ध्यान करते हुए आखो जी सतनाम श्री वाहेगुरु साहिब जी। सतनाम श्री वाहेगुरु जी। सलोक महला तीजा। धन गुरु अमरदास सच्चे पातशाह गरीब नवाज गुजरी की वार दे अंदर अपने श्री मुख तो महाराज पवित्र सिक्ख्या बख्शिश करते हैं। सो जप सो तप जे सतगुर कहावा। सिखा ने सतगुरां जी दे चरनां च बेनती की, महाराज जी सानू किहड़े मंत्र दा जाप करना चाहिए?
ਆਪਾਂ ਵੀ ਪੁੱਛਦੇ ਹੁੰਦੇ ਆ ਵੀ ਸਾਨੂੰ ਕੀ ਜਪਣਾ ਚਾਹੀਦਾ ਹੈ। ਆਹ ਸ਼ਬਦ ਜਪਿਆ ਕਰਾਂ ਕਿ ਜਾਂ ਫਲਾਨਾ ਸ਼ਬਦ ਜਪੀਏ ਕਿ ਜਾਂ ਮੈਂ ਵਾਹਿਗੁਰੂ ਵਾਹਿਗੁਰੂ ਜਪਾਂ, ਕਿਹੜਾ ਸ਼ਬਦ ਜਪਾਂ। ਕਈ ਵਾਰੀ ਕੋਈ ਕਿਸੇ ਕੋਲੋਂ ਮੰਤਰ ਲੈ ਕੇ ਜਪਣ ਲੱਗ ਪੈਂਦੇ ਆ, ਭਾਵੇਂ ਉਹ ਹੋਰ ਹੀ ਤਰ੍ਹਾਂ ਦਾ ਗੁਰਬਾਣੀ ਤੋਂ ਬਾਹਰ ਹੀ ਹੋਵੇ। ਕਹਿੰਦੇ ਜੀ ਮੈਨੂੰ ਫਲਾਨੇ ਸੰਤ ਨੇ ਦਿੱਤਾ ਹੈ। ਬਈ ਗੁਰੂ ਸਾਹਿਬ ਜੀ ਦਾ ਦਿੱਤਾ ਮੰਤਰ ਤੇ ਉਹ ਨਹੀਂ ਆਪਾਂ ਜਪਣਾ, ਉਹ ਛੱਡ ਕੇ ਕਿਸੇ ਦਾ ਦਿੱਤਾ ਮੰਤਰ ਜਪਾਂਗੇ ਤਾਂ ਫਿਰ ਸਾਡੀ ਕੀ ਕਲਿਆਣ ਹੋਊਗੀ। ਕਿਉਂਕਿ ਜਿਹੜਾ ਮੰਤਰ ਹੁੰਦਾ ਨੇ ਇਹਦੇ ਵਿੱਚ ਸ਼ਕਤੀ ਹੁੰਦੀ ਹੈ, ਤੇ ਸ਼ਕਤੀ ਸਾਧ ਸੰਗਤ ਜੀ ਆਪ ਭਰੀ ਹੁੰਦੀ ਹੈ ਜਿਸ ਨੇ ਮੰਤਰ ਨੂੰ ਪੈਦਾ ਕੀਤਾ ਹੋਵੇ। ਜਿਹਨੇ ਮੰਤਰ ਪੈਦਾ ਕੀਤਾ ਹੁੰਦਾ ਨਾ, ਜਿਵੇਂ ਕਹਿੰਦੇ ਗਾਇਤਰੀ ਮੰਤਰ ਵੈ ਤੇ ਉਹਦੇ ਵਿੱਚ ਵੀ ਸ਼ਕਤੀ ਭਰੀ ਹੈ। ਤੇ ਰਿਸ਼ੀ ਦੇ ਕੀਤੇ ਹੋਏ ਤਪ ਕਰਕੇ, ਉਹਦੇ ਜਾਪ ਕਰਕੇ ਜਿਹੜਾ ਇਹ ਵਾਹਿਗੁਰੂ ਮੰਤਰ ਹੈ ਨਾ, ਮਹਾਰਾਜ ਜੀ ਨੇ ਲੋਹ ਪ੍ਰਕਾਸ਼ ਦੇ ਅੰਦਰ ਲਿਖਿਆ ਹੈ ਕਿ ਵਾਹਿਗੁਰੂ ਜੀ ਨੇ ਆਪ ਇਸ ਮੰਤਰ ਦਾ ਜਾਪ ਕਰਕੇ ਇਸ ਦੇ ਵਿੱਚ ਸ਼ਕਤੀ ਭਰੀ ਹੈ। ਤੇ ਗੁਰੂ ਨਾਨਕ ਸਾਹਿਬ ਰੂਪ ਹੋ ਕਰਕੇ ਫਿਰ ਮਹਾਰਾਜ ਜੀ ਨੇ ਇਹ ਅਗੋਚਰ ਸ਼ਬਦ ਜਿਹੜਾ ਸੀ ਨਾ ਪ੍ਰਗਟ ਕੀਤਾ, ਵਾਹਿਗੁਰੂ। ਸਿੱਖਾਂ ਨੇ ਪੁੱਛਿਆ ਮਹਾਰਾਜ ਤਪ ਕਿਹੜਾ ਕਰਨਾ ਚਾਹੀਦਾ ਹੈ ਤੇ ਜਪ ਕਿਹੜਾ ਕਰਨਾ ਚਾਹੀਦਾ, ਆਪ ਕਿਰਪਾ ਕਰਕੇ ਦੱਸੋ। ਗਲ ਗਲ ਪਾਣੀ 'ਚ ਖਲੋ ਕੇ ਤਪ ਕਰਨਾ ਚਾਹੀਦਾ ਹੈ ਕਿ ਧੂਣੀਆਂ ਤਾਉਣੀਆਂ ਚਾਹੀਦੀਆਂ ਜਾਂ ਪੁੱਠੇ ਲਟਕਣਾ ਚਾਹੀਦਾ, ਮਹਾਰਾਜ ਕਿਹੜਾ ਤਪ ਕਰੀਏ। ਗੁਰੂ ਅਮਰਦਾਸ ਸਾਹਿਬ ਨੂੰ ਪੁੱਛਿਆ ਤਾਂ ਹਜ਼ੂਰ ਜਵਾਬ ਦਿੰਦੇ, ਉੱਤਰ ਦਿੰਦੇ ਸੱਚੇ ਪਾਤਸ਼ਾਹ। ਸੋ ਜਪ ਸੋ ਤਪ ਜੇ ਸਤਿਗੁਰ ਕਹਾਵਾ। ਮਹਾਰਾਜ ਜੀ ਕਹਿੰਦੇ ਸਿੱਖੋ, ਉਹੋ ਹੀ ਜਾਪ ਸਫਲ ਹੈ, ਉਹੋ ਹੀ ਤਪ ਸਫਲ ਹੈ ਜਿਹੜਾ ਸਤਿਗੁਰੂ ਜੀ ਨੂੰ ਸਿੱਖ ਪਾ ਜਾਵੇ। ਜੇ ਜਾਪ ਕਰਦਾ ਵੀ ਹੰਕਾਰ ਕਰਦਾ ਹੈ ਤੇ ਸਤਿਗੁਰਾਂ ਨੂੰ ਪਾਉਂਦਾ ਨਹੀਂ। ਮਹਾਰਾਜ ਕਹਿੰਦੇ ਵੀ ਤਪ ਕਰਦਾ ਵੀ ਜੇ ਕਰਕੇ ਮਾਣ ਕਰਦਾ ਹੈ ਤੇ ਉਹ ਸਤਿਗੁਰਾਂ ਨੂੰ ਪਾਉਂਦਾ ਨਹੀਂ। ਸਤਿਗੁਰਾਂ ਨੂੰ ਜਿਹੜੇ ਸਿੱਖ ਦੀ ਭਾਵਨਾ ਭਾ ਜਾਂਦੀ ਹੈ ਨਾ, ਮਹਾਰਾਜ ਕਹਿੰਦੇ ਉਹੋ ਹੀ ਭਾਈ ਜਪ ਵੈ ਤੇ ਉਹੋ ਹੀ ਤਪ ਵੈ। ਹੁਣ ਜਪ ਕੀ ਹੈ? ਸੱਚੇ ਪਾਤਸ਼ਾਹ ਨੇ ਸਾਨੂੰ ਜਪ ਦਿੱਤਾ ਵਾਹਿਗੁਰੂ ਮੰਤਰ ਦਾ। ਵਾਹਿਗੁਰੂ ਵਾਹਿਗੁਰੂ ਆਪਣੀ ਰਸਨਾ ਨਾਲ ਕਰਨਾ, ਇਹ ਸਤਿਗੁਰੂ ਜੀ ਨੂੰ ਭਾਉਂਦਾ ਹੈ। ਜੇ ਤੁਸੀਂ ਕਿਸੇ ਦੇਵੀ ਦੇਵਤੇ ਦਾ ਮੰਤਰ ਜਪਦੇ ਹੋ ਤਾਂ ਇਹ ਸਤਿਗੁਰੂ ਜੀ ਨੂੰ ਨਹੀਂ ਭਾਉਂਦਾ। ਸਿੱਖ ਹੋ ਕੇ ਜੇ ਤੁਸੀਂ ਕੋਈ ਭੈਰੋ ਦੇ ਮੰਤਰ ਪੜ੍ਹੀ ਫਿਰਦੇ ਹੋ, ਕੋਈ ਭੂਤ ਪ੍ਰੇਤ ਵਸ ਕਰਨ ਦੇ ਜਾਂ ਕੋਈ ਫਾਂਡੇ ਕਰਨ ਦੇ ਮੰਤਰ ਪੜ੍ਹੀ ਫਿਰਦੇ ਹੋ, ਇਹ ਸਤਿਗੁਰੂ ਜੀ ਨੂੰ ਨਹੀਂ ਭਾਉਂਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਤੇ ਭਾਉਂਦਾ ਹੈ ਜੋ ਸਤਿਗੁਰਾਂ ਨੇ ਗੁਰ ਮੰਤਰ ਬਖਸ਼ਿਸ਼ ਕੀਤਾ ਹੈ, ਮੂਲ ਮੰਤਰ ਬਖਸ਼ਿਸ਼ ਕੀਤਾ ਹੈ, ਮਾਲਾ ਮੰਤਰ ਸ਼੍ਰੀ ਜਪਜੀ ਸਾਹਿਬ ਬਖਸ਼ਿਸ਼ ਕੀਤਾ ਹੈ। ਮਹਾਰਾਜ ਜੀ ਨੂੰ ਤਾਂ ਇਹ ਜਪ ਪਾਉਂਦਾ ਸਿੱਖ ਦਾ, ਜਿਹੜਾ ਸਿੱਖ ਸ਼ਰਧਾ ਨਾਲ ਬਾਣੀ ਪੜ੍ਹਦਾ ਹੈ ਤੇ ਫਿਰ ਆਪਾ ਗਵਾਉਂਦਾ ਹੈ, ਮਹਾਰਾਜ ਜੀ ਮੈਂ ਨਹੀਂ ਜਾਪ ਕਰ ਸਕਦਾ, ਤੁਸੀਂ ਕਰਾ ਰਹੇ ਹੋ ਸੱਚੇ ਪਾਤਸ਼ਾਹ। ਤੁਸੀਂ ਮੇਰੀ ਰਸਨਾ ਦੇ ਉੱਤੇ ਵਸ ਕੇ ਆਪ ਹੀ ਜਾਪ ਕਰਾ ਰਹੇ ਹੋ। ਜਿਹੜੇ ਸਿੱਖ ਦੀ ਸ਼ਰਧਾ ਮਹਾਰਾਜ ਜੀ ਨੂੰ ਭਾ ਜਾਂਦੀ ਹੈ ਨਾ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਨੇ ਗੁਰਸਿੱਖੋ ਉਹੋ ਹੀ ਜਪ ਕੀਤਾ ਹੋਇਆ ਸਫਲਾ ਹੈ। ਤੇ ਮਹਾਰਾਜ ਜੀ ਕਹਿੰਦੇ ਤਪ ਸਿੱਖੋ ਤਪਾਂ ਸਿਰ ਤਪਸਾਰ ਕੀ ਹੈ, ਗੁਰ ਸੇਵਾ ਤਪਾਂ ਸਿਰ ਤਪਸਾਰ। ਸਤਿਗੁਰੂ ਜੀ ਦੀ ਸੇਵਾ ਜਿਹੜੀ ਆ ਤਪਾਂ ਦੇ ਸਿਰ ਸ਼੍ਰੋਮਣੀ ਤਪ ਹੈ। ਇਹ ਸਤਿਪੁਰਖ ਜਿਹੜੇ ਸੇਵਾ ਕਰਦੇ ਉਹਨਾਂ ਦੇ ਕਹੇ ਹੋਏ ਬੋਲ ਨੇ। ਕਹਿੰਦੇ ਗੁਰੂ ਘਰ ਜੇ ਤੁਸੀਂ 1 ਸਾਲ ਲੰਗਰ ਦੀ ਸੇਵਾ ਕਰ ਲਓ ਨਾ, ਜਿੱਥੇ ਪਲਟੇ ਤੇ ਪ੍ਰਸ਼ਾਦੇ ਪਲਟੇ ਜਾਂਦੇ ਆ ਜਾਂ ਚੰਡਾ ਡਾਹਿਆ ਜਾਂਦਾ ਹੈ, ਕਹਿੰਦੇ 12 ਸਾਲ ਤਪ ਉਹਦੀ ਬਰਾਬਰੀ ਨਹੀਂ ਕਰ ਸਕਦਾ। ਇੰਨੀ ਤਪੱਸਿਆ ਗੁਰੂ ਘਰ ਦੇ ਅੰਦਰ, ਕਿਉਂਕਿ ਇੱਥੇ ਸਾਧ ਸੰਗਤ ਜੀ ਸੇਵਾ ਕਰਦਿਆਂ ਹੋਇਆਂ ਆਪਣਾ ਆਪਾ ਗਵਾ ਲਈਦਾ ਹੈ। ਭਾਈ ਹੰਦਾਲ ਜੀ ਸੇਵਾ ਕਰਦੇ ਸੀ ਤੇ ਉਹ ਤਪ ਐਡਾ ਮਹਾਰਾਜ ਨੇ ਫਲ ਦਿੱਤਾ। ਭਾਈ ਹੰਦਾਲ ਆਟਾ ਗੁੰਨਦੇ ਸੀ, ਮਹਾਰਾਜ ਸਾਹਿਬ ਜੀ ਲੰਗਰ 'ਚ ਆ ਗਏ ਤੇ ਭਾਈ ਹੰਦਾਲ ਜੀ ਨੇ ਮਨ ਵਿੱਚ ਸੋਚਿਆ ਹੁਣ ਗੁਰੂਦੇਵ ਦੇ ਚਰਨੀ ਹੱਥ ਲਾਵਾਂ ਤਾਂ ਲੰਗਰ ਦੀ ਮਰਿਆਦਾ ਜਿਹੜੀ ਆ ਉਹ ਖਰਾਬ ਹੋ ਜਾਏਗੀ, ਕਿਉਂਕਿ ਗੁਰੂਦੇਵ ਆਪ ਖੁਦ ਲੰਗਰ ਛਕਦੇ ਆ। ਮਹਾਰਾਜ ਜੀ ਪੰਗਤ 'ਚ ਬੈਠ ਕੇ ਹੀ ਪ੍ਰਸ਼ਾਦ ਪਾਉਂਦੇ ਆ ਤੇ ਮਨਾ ਹੁਣ ਜੇ ਗੁਰੂਦੇਵ ਦੇ ਚਰਨਾਂ ਨੂੰ ਹੱਥ ਨਹੀਂ ਲਾਉਂਦਾ, ਨਮਸਕਾਰ ਨਹੀਂ ਕਰਦਾ ਤੇ ਫਿਰ ਗੁਰੂਦੇਵ ਦਾ ਸਤਿਕਾਰ ਨਹੀਂ ਰਹਿੰਦਾ। ਮਨਾ ਕੀ ਕਰੀਏ? ਇੰਨੇ ਚਿਰ ਨੂੰ ਸੋਚ ਰਹੇ ਸੀ ਭਾਈ ਹੰਦਾਲ ਜੀ ਤੇ ਗੁਰੂਦੇਵ ਲਾਗੇ ਆ ਗਏ। ਭਾਈ ਹੰਦਾਲ ਜੀ ਨੇ ਆਟੇ ਨਾਲ ਲਿਬੜੇ ਹੋਏ ਹੱਥ ਪਿਛਲੇ ਪਾਸੇ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਸੀਸ ਰੱਖ ਦਿੱਤਾ।
ਮਹਾਰਾਜ ਭਾਈ ਹੰਦਾਲ ਦੀ ਇਹ ਕਿਰਿਆ ਵੇਖ ਕੇ ਸਤਿਗੁਰੂ ਬਹੁਤ ਪ੍ਰਸੰਨ ਹੋਏ। ਮਹਾਰਾਜ ਕਹਿੰਦੇ ਭਾਈ ਹੰਦਾਲ ਤੇਰੀ ਸੇਵਾ ਪੂਰੀ ਹੋ ਗਈ, ਤੂੰ ਲੰਗਰ ਦਾ ਵੀ ਅਦਬ ਰੱਖਿਆ ਹੈ ਤੇ ਸਾਨੂੰ ਵੀ ਨਮਸਕਾਰ ਕੀਤੀ ਹੈ, ਜਾ ਜੋ ਮੁਖ ਤੋਂ ਕਹੇਗਾ ਸਤ ਹੋ ਜਾਇਆ ਕਰੇਗਾ। ਮਹਾਰਾਜ ਕਹਿੰਦੇ ਭਾਈ ਹੰਦਾਲ ਅੱਜ ਤੋਂ ਤੁਸੀਂ ਗੁਰੂ ਕੇ ਵੱਜਿਆ ਕਰੋਗੇ। ਜੰਡਿਆਲਾ ਭਾਈ ਹੰਦਾਲ ਜੀ ਦਾ ਜੱਦੀ ਨਗਰ ਸੀ, ਅੱਜ ਵੀ ਉਹਨੂੰ ਜੰਡਿਆਲਾ ਨਹੀਂ ਕਹਿੰਦੇ, ਗੁਰੂ ਕਾ ਜੰਡਿਆਲਾ ਹੀ ਕਹਿੰਦੇ ਆ, ਕਿਉਂਕਿ ਭਾਈ ਹੰਦਾਲ ਜੀ ਦੀ ਸੇਵਾ ਦੇ ਤਪ ਕਰਕੇ ਜੰਡਿਆਲੇ ਦੇ ਨਾਮ ਗੁਰੂ ਸ਼ਬਦ ਜੁੜ ਗਿਆ, ਗੁਰੂ ਕਾ ਜੰਡਿਆਲਾ। ਇਹ ਸਾਧ ਸੰਗਤ ਜੀ ਸਿੱਖਾਂ ਦੀ ਕਮਾਈ ਕਰਕੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਿੱਖੋ, ਗੁਰੂਦੇਵ ਦੇ ਕੋਲ ਰਹਿ ਕਰਕੇ ਸੇਵਾ ਵਰਗਾ ਤਪ ਨਹੀਂ, ਤੇ ਸਤਿਗੁਰੂ ਜੀ ਦੇ ਪਿਆਰ ਵਿੱਚ ਗੁਰ ਮੰਤਰ ਜਪਿਆ ਵਰਗਾ ਕੋਈ ਜਪ ਨਹੀਂ ਹੈ। ਇਸ ਕਰਕੇ ਗੁਰ ਮੰਤਰ ਜਪੋ, ਸਤਿਗੁਰੂ ਜੀ ਦੀ ਬਾਣੀ ਪੜ੍ਹੋ ਅਤੇ ਗੁਰੂਦੇਵ ਦੇ ਚਰਨਾਂ ਵਿੱਚ ਰਹਿ ਕਰਕੇ ਜਿਹੜੀ ਵੀ ਸੇਵਾ ਮਿਲਦੀ ਹੈ, ਸੇਵਾ ਰੂਪੀ ਤਪ ਜਿਹੜਾ ਉਹ ਕਰਨਾ ਕਰੋ। ਹਜੂਰ ਕਹਿੰਦੇ ਹਨ, ਸੋ ਜਪ ਸੋ ਤਪ ਜੇ ਸਤਿਗੁਰ ਕਹਾਵਾ। ਜਿਹੜਾ ਸਤਿਗੁਰੂ ਜੀ ਨੂੰ ਭਾ ਜਾਂਦਾ ਹੈ ਨਾ, ਸ਼ਰਧਾ ਨਾਲ ਪ੍ਰੇਮ ਨਾਲ ਕੀਤਾ ਹੋਇਆ, ਮਹਾਰਾਜ ਕਹਿੰਦੇ ਉਹੋ ਹੀ ਜਪ ਵਾਹਿਗੁਰੂ ਮੰਤਰ ਕੀਤਾ ਸਫਲਾ ਹੈ, ਤੇ ਉਹੋ ਹੀ ਸੇਵਾ ਰੂਪੀ ਤਪ ਕੀਤਾ ਹੋਇਆ ਸਫਲ ਹੈ, ਜਿਹੜਾ ਸਤਿਗੁਰਾਂ ਨੂੰ ਭਾ ਜਾਂਦੀ ਸਿੱਖ ਦੀ ਸੇਵਾ। ਸਤਿਗੁਰ ਕਾ ਭਾਣਾ ਵਡਿਆਈ ਪਾਵਾ। ਸਤਿਗੁਰੂ ਜੀ ਦੇ ਭਾਣੇ ਨੂੰ ਮਿੱਠਾ ਕਰਕੇ ਜਿਹੜਾ ਸਿੱਖ ਮੰਨਦਾ ਹੈ, ਉਹ ਬ੍ਰਹਮ ਗਿਆਨ ਦੀ ਵਡਿਆਈ ਪਾਉਂਦਾ ਹੈ। ਨਾਨਕ ਆਪ ਛੋੜ ਗੁਰ ਮਾਹੀ ਸਮਾਵਾ। ਮਹਾਰਾਜ ਜੀ ਕਹਿੰਦੇ ਜਿਹੜਾ ਫਿਰ ਆਪਾ ਛੱਡ ਦਿੰਦਾ ਨਾ, ਜਾਪ ਕਰਦਾ, ਸੇਵਾ ਦਾ ਤਪ ਕਰਦਾ, ਹੰਕਾਰ ਛੱਡ ਜਾਂਦਾ, ਉਹ ਫਿਰ ਗੁਰੂ ਸਾਹਿਬ ਦੇ ਵਿੱਚ ਸਮਾ ਜਾਂਦਾ। ਹੰਕਾਰ ਹੀ ਸਾਨੂੰ ਸਤਿਗੁਰਾਂ ਵਿੱਚ ਅਭੇਦ ਨਹੀਂ ਹੋਣ ਦਿੰਦਾ। ਜਦੋਂ ਜਪ ਕਰਦੇ ਆ, ਸੇਵਾ ਕਰਦੇ ਆ, ਹੰਕਾਰ ਟੁੱਟ ਜਾਂਦਾ ਨਾ, ਫਿਰ ਗੁਰੂਦੇਵ ਦੇ ਸਰੂਪ ਵਿੱਚ ਅਭੇਦ ਹੋ ਜਾਈਦਾ ਹੈ। ਮਹੱਲਾ ਤੀਜਾ। ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਫਰਮਾਉਂਦੇ ਹਨ, ਗੁਰ ਕੀ ਸਿੱਖ ਕੋ ਵਿਰਲਾ ਲੇਵਾ। ਮਹਾਰਾਜ ਜੀ ਕਹਿੰਦੇ ਭਾਈ ਸਿੱਖੋ, ਗੱਲ ਇਹ ਹੈ ਵੀ ਗੁਰੂ ਸਾਹਿਬ ਦੀ ਸਿੱਖਿਆ ਜਿਹੜੀ ਆ ਨਾ, ਕੋਈ ਵਿਰਲਾ ਹੀ ਲੈਂਦਾ, ਆਪਣੀ ਮਰਜ਼ੀ ਕਰਦਾ ਹੋਇਆ ਕਹਿੰਦਾ ਮੈਂ ਤਾਂ ਫਲਾਨੇ ਦੇਵਤੇ ਦਾ ਜਪ ਜਪਦਾ ਹਾਂ, ਕੋਈ ਕਹਿੰਦਾ ਮੇਰਾ ਮੰਤਰ ਬੜਾ ਸ਼ਕਤੀਸ਼ਾਲੀ ਹੈ, ਕੋਈ ਭੂਤਾਂ ਪ੍ਰੇਤਾਂ ਨੂੰ ਹੀ ਵਸ ਕਰਨ ਦਾ ਮਾਣ ਕਰੀ ਫਿਰਦਾ ਹੈ। ਮਹਾਰਾਜ ਕਹਿੰਦੇ ਢੀਠ ਆਖੇ ਨਹੀਂ ਲੱਗਦੇ ਬਈ, ਗੁਰੂ ਸਾਹਿਬ ਦੀ ਸਿੱਖਿਆ ਕੋਈ ਵਿਰਲਾ ਹੀ ਲੈਂਦਾ, ਜਿਹਨੂੰ ਜੀਵਨ ਮੁਕਤੀ ਦਾ ਮਨ ਦੇ ਅੰਦਰ ਭਾਵ ਜਾਗਦਾ, ਜਿਹੜਾ ਪਰਮਾਰਥ ਦੇ ਰਾਹ ਤੇ ਚੱਲਣ ਵਾਸਤੇ ਚੇਸ਼ਟਾ ਕਰਦਾ ਹੈ, ਕੋਈ ਵਿਰਲਾ ਹੁੰਦਾ ਉਹ ਜਿਹਨੂੰ ਨਾਮ ਜਪਣ ਦੀ ਚੇਸ਼ਟਾ ਜਾਗਦੀ ਹੈ। ਤੇ ਐਸਾ ਕੋਈ ਵਿਰਲਾ ਹੀ ਹੈ ਜਿਹੜਾ ਗੁਰੂਦੇਵ ਦੀ ਸਿੱਖਿਆ ਆ ਕਰਕੇ ਲੈਂਦਾ ਹੈ, ਪ੍ਰਾਪਤ ਕਰਦਾ ਹੈ। ਨਾਨਕ ਜਿਸ ਆਪ ਵਡਿਆਈ ਦੇਵਾ। ਹਜੂਰ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਜਿਹਨੂੰ ਮੇਰਾ ਵਾਹਿਗੁਰੂ ਆਪ ਹੀ ਵਡਿਆਈ ਦਿੰਦਾ ਹੈ, ਆਪਣੇ ਆਤਮਕ ਆਨੰਦ ਦੀ, ਆਪਣੇ ਵਾਸਤਵ ਸਰੂਪ ਦੀ, ਸਾਖਿਆਤਤਾ ਦੀ। ਮਹਾਰਾਜ ਕਹਿੰਦੇ ਜਿਹਨੂੰ ਆਪ ਵਾਹਿਗੁਰੂ ਵਡਿਆਈ ਦੇਵੇ ਬ੍ਰਹਮ ਗਿਆਨ ਦੀ। ਪੌੜੀ ਪੜਿਓ ਫਿਰ ਪੰਕਤੀ ਪਿਛਲੀ। ਨਾਨਕ ਜਿਸ ਆਪ ਵਡਿਆਈ ਦੇਵਾ। ਮਹਾਰਾਜ ਜੀ ਕਹਿੰਦੇ ਜਿਹਨੂੰ ਆਪ ਮੇਰਾ ਵਾਹਿਗੁਰੂ ਵਡਿਆਈ ਦਿੰਦਾ ਨਾ, ਆਪਣੇ ਸਰੂਪ ਦੀ ਸਾਖਿਆਤਤਾ ਦੀ, ਉਹੋ ਹੀ ਇਹ ਵਡਿਆਈ ਪਾਉਂਦਾ ਹੈ। ਪੌੜੀ ਪੌੜੀ ਦੁਆਰਾ ਮਹਾਰਾਜ ਫਰਮਾਉਂਦੇ ਹਨ, ਮਾਇਆ ਮੋਹ ਅਗਿਆਨ ਹੈ। ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਜੀਆਂ ਨੂੰ ਭੁਲੇਖਾ ਪਿਆ ਹੋਇਆ ਨਾ ਕਿ ਇਹ ਜਪ ਬੜਾ ਸ਼ਕਤੀਸ਼ਾਲੀ ਹੈ, ਇਹ ਤਪ ਜੋ ਮੈਂ ਕਰਦਾ ਭਸਮ ਕਰ ਦਾਂਗਾ, ਉਹ ਉੱਥੇ ਹੀ ਕਿਸੇ ਨੂੰ ਵਰ ਸਰਾਪ 'ਚ ਹੀ ਉਲਝਿਆ ਰਹਿੰਦਾ, ਉਹਨੂੰ ਆਪ ਨੂੰ ਸ਼ਾਂਤੀ ਨਹੀਂ ਮਿਲਦੀ। ਮਹਾਰਾਜ ਜੀ ਕਹਿੰਦੇ ਹਨ, ਮਾਇਆ ਮੋਹ ਅਗਿਆਨ ਹੈ। ਮਹਾਰਾਜ ਜੀ ਕਹਿੰਦੇ ਅਗਿਆਨ ਕਰਕੇ ਮਾਇਆ ਦਾ ਮੋਹ ਚਿੰਬੜਿਆ ਹੋਇਆ, ਜਿਸ ਕਰਕੇ ਜੀਆਂ ਨੂੰ ਆਪਣੇ ਪਰਮਾਰਥ ਦਾ ਰਾਹ ਨਹੀਂ ਦਿਸਦਾ, ਮੁਕਤ ਹੋਣ ਦਾ ਖਿਆਲ ਹੀ ਨਹੀਂ ਜਾਗਦਾ। ਤੇ ਇੱਥੇ ਸੰਸਾਰ 'ਚ ਹੀ ਐਵੇਂ ਤਪੱਸਿਆ ਕਰਕੇ ਕਿਸੇ ਨੂੰ ਵਰ ਦੇਤਾ, ਕਿਸੇ ਨੂੰ ਸ਼ਰਾਪ ਦੇਤਾ, ਉਹਦਾ ਆਪ ਨੂੰ ਕੀ ਲਾਭ ਹੋਇਆ? ਸ਼ਰਾਪ ਦੇਣ ਵਾਲਾ ਚਲੋ ਉਹਦਾ ਨੁਕਸਾਨ ਹੋ ਜਾਊਗਾ, ਵਰ ਦੇਣ ਵਾਲਾ ਉਹ ਫਲ ਪਾ ਲੂਗਾ, ਤੇ ਆਪਣੇ ਪੱਲੇ ਕੀ ਰਿਹਾ? ਬਸ ਮੱਥੇ ਟਿਕਾਉਣੇ ਹੀ ਰਹਿ ਜਾਣੇ, ਹੋਰ ਤਾਂ ਕੁਛ ਵੀ ਨਹੀਂ ਆਪਦੇ ਪੱਲੇ ਰਹਿਣਾ। ਮਹਾਰਾਜ ਜੀ ਕਹਿੰਦੇ ਅਗਿਆਨ ਹੈ, ਜਿਸ ਕਰਕੇ ਸਿੱਖੋ ਮਾਇਆ ਦਾ ਮੋਹ ਜਿਹੜਾ ਹੈ ਜੀਆਂ ਨੂੰ ਵਿਆਪਦਾ ਹੈ। ਬਿਖਮ ਅਤ ਭਾਰੀ। ਪਰ ਇਹਦਾ ਕੱਟਣਾ ਮਹਾਰਾਜ ਜੀ ਕਹਿੰਦੇ ਬਿਖਮ ਅਤ ਭਾਰੀ, ਅਤਿਅੰਤ ਹੀ ਬਿਖਮ ਕਠਨ ਹੈ। ਅਗਿਆਨ ਦਾ ਕੱਟਣਾ ਆਪੂ ਨਹੀਂ ਕੱਟ ਸਕਦਾ, ਇਹ ਤਾਂ ਗੁਰੂ ਉਪਦੇਸ਼ ਕੱਟ ਸਕਦਾ ਹੈ।
ਸਤਿਗੁਰੂ ਜੀ ਦਾ ਨਾਮ ਕੱਟ ਸਕਦਾ ਹੈ। ਗੁਰੂਦੇਵ ਦੇ ਅੱਗੇ ਹੱਥ ਜੋੜ ਕਰਕੇ ਨਾਮ ਦੀ ਦੀਖਿਆ ਮੰਗੀ ਦੀ ਹੈ। ਸਤਿਗੁਰੂ ਜੀ ਜਦੋਂ ਆਪਣਾ ਉਪਦੇਸ਼ ਦਿੰਦੇ ਆ ਨਾ, ਫਿਰ ਉਹ ਗੁਰ ਗਿਆਨਹਿ ਲਾਏ ਜਗਾਵੈ ਗੋ। ਮਹਾਰਾਜ ਇਸ ਬਿਖਮ ਕਠਨ ਅਗਿਆਨ ਨੂੰ ਸਤਿਗੁਰੂ ਜੀ ਕੱਟ ਦਿੰਦੇ ਆ। ਮਹਾਰਾਜ ਕਹਿੰਦੇ ਭਾਰੀ ਅਤਿਅੰਤ ਹੀ ਔਖਾ ਇਸ ਅਗਿਆਨ ਦਾ ਕੱਟਣਾ। ਪੱਥਰ ਪਾਪ ਬਹੁ ਲੱਦਿਆ। ਇਹ ਜੀਵ ਕੀ ਕਰਦੇ ਆ, ਆਪਣੇ ਅੰਤఃਕਰਨ ਰੂਪੀ ਬੇੜੇ ਦੇ ਅੰਦਰ ਪਾਪਾਂ ਰੂਪੀ ਪੱਥਰਾਂ ਨੂੰ ਬਹੁਤਾ ਜ਼ਿਆਦਾ ਹੀ ਲੱਦ ਲੈਂਦੇ ਆ। ਤੇ ਜਦੋਂ ਬੇੜੀ 'ਚ ਪੱਥਰ ਹੀ ਲੱਦਦੇ ਹੋ ਤੇ ਕੀ ਹੋਣਾ, ਭਾਰ ਨਾਲ ਬੁਡਾਵੇ। ਉਹ ਭਾਰ ਨਾਲ ਹੀ ਡੁੱਬ ਜਾਣੀ ਹੈ ਤੇ ਕਿੱਥੋਂ ਪਾਰ ਲੱਗਣੀ ਹੈ। ਮਹਾਰਾਜ ਕਹਿੰਦੇ ਭਾਈ ਆਪਣੇ ਦੇਹਾਂ ਰੂਪੀ ਬੇੜੇ, ਆਪਣੇ ਮਨ ਰੂਪੀ ਬੇੜੇ ਪਾਪਾਂ ਰੂਪੀ ਪੱਥਰਾਂ ਨੂੰ ਲੱਦ ਲੱਦ ਕੇ ਭਰੀ ਜਾਂਦੇ ਆ। ਜਿਉ ਤਰੀਆ ਤਾਰੀ। ਦੱਸੋ ਕਿਵੇਂ ਇਸ ਸੰਸਾਰ ਸਮੁੰਦਰ ਤੋਂ ਇਹ ਫਿਰ ਸਾਧ ਸੰਗਤ ਜੀ ਤਾਰੀ ਤਰ ਸਕਦੇ ਆ। ਭਗਤੀ ਰੂਪੀ ਤਾਰੀ ਨਹੀਂ ਨਾ ਤਰ ਸਕਦੇ। ਫਿਰ ਇਹਨਾਂ ਕੋਲੋਂ ਤਾਰੀ ਨਹੀਂ ਤਰੀ ਜਾਂਦੀ, ਕਿਉਂਕਿ ਇਹਨਾਂ ਨੇ ਆਪਣੀ ਦੇਹ ਨੂੰ ਪਾਪਾਂ ਨਾਲ ਹੀ ਭਰ ਲਿਆ। ਫਿਰ ਮਝਧਾਰ ਡੁੱਬ ਜਾਂਦੇ ਆ, ਅਧੋਗਤੀ ਨੂੰ ਜਾਂਦੇ ਆ। ਅਨ ਦਿਨ ਭਗਤੀ ਰਤਿਆ। ਜਿਹੜੇ ਹਰ ਰੋਜ਼ ਵਾਹਿਗੁਰੂ ਦੀ ਪ੍ਰੇਮਾ ਭਗਤੀ ਵਿੱਚ ਰੰਗੇ ਗਏ ਆ। ਹਰ ਪਾਰ ਉਤਾਰੀ। ਮਹਾਰਾਜ ਜੀ ਕਹਿੰਦੇ ਭਾਈ ਉਹਨਾਂ ਨੂੰ ਮੇਰਾ ਵਾਹਿਗੁਰੂ ਪਾਰ ਉਤਾਰ ਦਿੰਦਾ। ਫਿਰ ਪੜ੍ਹਦੇ ਹੋ ਅਨ ਦਿਨ ਭਗਤੀ ਰਤਿਆ। ਜਿਹੜੇ ਹਰ ਰੋਜ਼ ਹਰ ਵੇਲੇ ਵਾਹਿਗੁਰੂ ਦੀ ਪ੍ਰੇਮਾ ਭਗਤੀ ਵਿੱਚ ਰੰਗੇ ਜਾਂਦੇ ਆ। ਹਰ ਪਾਰ ਉਤਾਰੀ। ਉਹਨਾਂ ਨੂੰ ਮੇਰਾ ਹਰੀ ਜਿਹੜਾ ਨਾ ਮੁਕਤੀ ਰੂਪੀ ਕੰਢੇ ਤੇ ਪਾਰ ਲਾ ਦਿੰਦਾ ਹੈ, ਮੁਕਤ ਹੋ ਜਾਂਦੇ ਹਨ। ਗੁਰੂ ਸ਼ਬਦੀ ਮਨ ਨਿਰਮਲਾ। ਗੁਰੂ ਸਾਹਿਬ ਦੇ ਸ਼ਬਦ ਉਪਦੇਸ਼ ਨਾਲ ਮਹਾਰਾਜ ਜੀ ਕਹਿੰਦੇ ਭਾਈ ਮਨ ਨਿਰਮਲ ਹੋ ਜਾਂਦਾ, ਪਵਿੱਤਰ ਹੋ ਜਾਂਦਾ ਏ। ਹਉਮੈ ਛੱਡ ਵਿਕਾਰੀ। ਹਉਮੈ ਤੇ ਜਿਹੜੇ ਵਿਕਾਰ ਹਨ ਉਹ ਫਿਰ ਛੁਟਕ ਜਾਂਦੇ ਆ। ਜੇ ਗੁਰੂ ਸਾਹਿਬ ਦੇ ਉਪਦੇਸ਼ ਨੂੰ ਕਮਾਈਏ, ਸਤਿਗੁਰੂ ਜੀ ਦੇ ਦਿੱਤੇ ਹੋਏ ਸ਼ਬਦ ਨੂੰ ਕਮਾਈਏ, ਹਉਮੈ ਛੁਟਕ ਜਾਂਦੀ ਹੈ, ਵਿਕਾਰ ਨਾਸ਼ ਹੋ ਜਾਂਦੇ ਆ। ਹਰ ਹਰ ਨਾਮ ਧਿਆਈਆ। ਵਾਹਿਗੁਰੂ ਵਾਹਿਗੁਰੂ ਨਾਮ ਨੂੰ ਧਿਆਈਏ। ਮਹਾਰਾਜ ਕਹਿੰਦੇ ਇਹੀ ਜਾਪ ਜਪੀਏ ਗੁਰੂਦੇਵ ਦਾ ਦਿੱਤਾ ਹੋਇਆ। ਹਰ ਹਰ ਪਰਮੇਸ਼ਰ ਦੇ ਨਾਮ ਨੂੰ ਧਿਆਉਣਾ ਕਰੀਏ। ਹਰ ਹਰ ਨਿਸਤਾਰੀ। ਕਿਉਂਕਿ ਹਰ ਹਰ ਪਰਮੇਸ਼ਰ ਦਾ ਨਾਮ ਹੀ ਇਸ ਨਿਸ ਪ੍ਰਪੰਚ ਤੋਂ ਤਾਰਨ ਵਾਲਾ ਹੈ। ਕੋਈ ਹੋਰ ਮੰਤਰ ਨਹੀਂ ਤਾਰ ਸਕੂਗਾ। ਵਾਹਿਗੁਰੂ ਦਾ ਪਰਮੇਸ਼ਰ ਦਾ ਨਾਮ ਹੀ ਤਾਰਨ ਵਾਲਾ ਹੈ। ਇਹ ਸੱਚੇ ਪਾਤਸ਼ਾਹ ਜੀ ਨੇ ਪੌੜੀ ਵਿੱਚ ਮਹਾਰਾਜ ਸਿੱਖਿਆ ਦਿੱਤੀ। ਸ਼ਬਦ ਸੰਪੂਰਨ ਹੋਇਆ। ਗਰੀਬ ਨਵਾਜ਼ ਸਤਿਗੁਰੂ ਜੀ ਰਹਿਮਤ ਕਰਨ। ਸਤਿਗੁਰਾਂ ਦਾ ਪਵਿੱਤਰ ਉਪਦੇਸ਼ ਹਿਰਦੇ 'ਚ ਵਸੇ। ਹੋਈਆਂ ਬੇਅੰਤ ਭੁੱਲਾਂ ਬਖਸ਼ ਲੈਣੀਆਂ, ਅੱਗੇ ਵਾਸਤੇ ਸਮਤ ਬਖਸ਼ਣੀ ਜੀ। ਗੁਰ ਸ਼ਬਦੀ ਮਨ ਨਿਰਮਲਾ। ਹਉਮੈ ਛੱਡ ਵਿਕਾਰੀ। ਹਰ ਹਰ ਨਾਮ ਧਿਆਈਆ। ਹਰ ਹਰ ਨਿਸਤਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।